जी दोस्तों, ननकाना से दोबारा बरह रास्त दोस्तों के शौक़ के लिए उस्ताद डॉक्टर अब्दुल गनी ऑफ ननकाना के चंद ब्रीडर जो कबूतर हैं, उनके शौक़ के जो मेन कबूतर हैं, उन कबूतरों का आपको शौक़ करवाया जाएगा। और उस्ताद जी से हम रिक्वेस्ट करेंगे कि थोड़ी सी ना उनका बायोडेटा, जिस तरह उन्होंने कबूतर बनाए हैं अपने ये। जी उस्ताद जी, केड़ा कबूतर है तुहाडे हाथ च? लाखा कबूतर है। ठीक। बड़ा मशहूर कबूतर है साडा है। ਇਹਦਾ ਇਹਦਾ ਹੀ ਖੂਨ ਲੰਗਰ ਪਰ ਉੱਡਿਆ ਸੀ। ठीक। ਜਿਹਨੇ ਪੰਜਾਬ ਵਿੱਚ ਕੀਤਾ ਲਾਖਾ ਕਬੂਤਰ ਸੀ ਇਸ ਸ਼ਕਲ ਦਾ। ਹੁਣ ਉਹ ਦੂਸਰਾ ਜਿਹੜਾ ਮੇਰੇ ਬੇਟੇ ਕੋ ਫੜਿਆ ਉਹ ਵੀ ਇਹਦਾ ਬੇਟਾ ਹੈ। ठीक। ਇਹਦਾ ਹੀ ਬੱਚਾ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਜ਼ਿਆਦਾਤਰ ਇਹ ਕਬੂਤਰ ਪਾਏ ਜਾਂਦੇ ਨੇ। ਇੱਕ ਹੋਰ ਇਹਨਾਂ ਦਾ ਭਾਈ ਹੈ, ਇਸ ਤਰ੍ਹਾਂ ਜੋੜਿਆਂ ਲੱਗੇ ਨੇ। ਇਹ ਉਸਤਾਦ ਜੀ ਦੀ ਮੈਂ ਇੱਕ ਤਬਦੀਲੀ ਦੇਖ ਰਿਹਾ ਨਾ, ਇਹ ਕਬੂਤਰਾਂ ਦੀਆਂ ਅੱਖਾਂ ਨਾ ਬੜੀਆਂ ਨਾ ਨੀਲਾ ਘੁਮਾਇਲ ਨੇ, ਹਾਂਜੀ ਨੀਲੀਆਂ ਅੱਖਾਂ ਨੇ। ਹਾਂਜੀ ਹੋਰ ਵੀ ਤੁਹਾਡੇ ਇਲਾਕੇ ਦੇ ਬੜੇ ਮਸ਼ਹੂਰ ਕਬੂਤਰ ਨੇ, ਉਹ ਗੁਲਾਬੀ ਅੱਖਾਂ 'ਚ ਨੇ। ਕੀ ਇਹ ਹਾਂਜੀ, ਕਰਾਸ ਕਰਨ ਦੇ ਨਾਲ ਇਹ ਅੱਖ ਬਦਲ ਜਾਂਦੀਆਂ ਨੇ। ਹਾਂ, ਕਰਾਸ ਦੇਣ ਨਾਲ ਫਿਰ ਬਦਲ ਜਾਣਗੇ। ਠੀਕ ਅਗਰ ਤੁਸੀਂ ਸੁਰਖ ਅੱਖਾਂ ਦੀ ਮਾਦੀ ਲਾਓਗੇ ਫਿਰ ਬਦਲ ਜਾਣਗੇ। ਠੀਕ। ਮੈਂ ਵੇਖੋ ਨਾ ਹਾਲੇ ਹੱਥ 'ਚ ਨਹੀਂ ਫੜਿਆ, ਦੂਰੋਂ ਕਬੂਤਰ ਦੀ ਅੱਖ ਇੰਝ ਦੇਸੀ ਜਿਵੇਂ ਨੀਲੀ ਅੱਖ ਹੈ, ਹਾਂਜੀ ਜਿਵੇਂ ਕੋਈ ਬਾਂਕੇ ਜਾਂ ਫਿਰੋਜ਼ਪੁਰੀ ਕਬੂਤਰਾਂ ਦੀ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ। ਇਹਨੂੰ ਕਰੀਬ ਤੋਂ ਦੇਖਾਂਗੇ ਤੇ ਗੁਲਾਬੀ ਅੱਖ ਹੈ। ਹਾਂਜੀ, ਇਹ ਕੋਈ ਕਹਿ ਸਕਦੇ ਹਾਂ ਕਿ ਇਹਨਾਂ ਦੀ ਖਾਸ ਕੁਆਲਿਟੀ ਹੈ। ਇਹ ਜੀ ਨਾਲ ਖਾਸ ਕੁਆਲਿਟੀ ਹੈ। ਠੀਕ। ਇਹ ਬਹੁਤ ਹਾਈ ਕਲਾਸ ਦੇ ਕਬੂਤਰ ਹੈ। ਅੱਜ ਕੱਲ੍ਹ ਉੱਡਣ ਵਾਲੇ ਨਹੀਂ ਹੈ। ਠੀਕ। ਇਹ ਜੇਲ੍ਹ ਚੁੱਕ ਸਕਦੇ ਨੇ। ਉਸਤਾਦ ਜੀ, ਕੀ ਵਜ੍ਹਾ ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਬੇਪਨਾਹ ਕਬੂਤਰ ਦੇ ਨਸਲਾਂ ਨੇ? ਇਹਨਾਂ ਦਾ ਕੋਈ ਵਜ਼ਨ ਨਹੀਂ, ਬਿਲਕੁਲ ਕੋਈ ਵਜ਼ਨ ਨਹੀਂ। ਕਾਗਜ਼ ਦੀ ਤਰ੍ਹਾਂ ਕਬੂਤਰ ਨੇ, ਗੋਸ਼ਤ ਖੋਲੇ ਕਬੂਤਰ ਨਹੀਂ ਹੈ। ਠੀਕ। ਬਿਲਕੁਲ ਥੋੜਾ ਵਜ਼ਨ, ਲੇਕਿਨ ਉਡਾਨ ਦੇ ਬਾਦਸ਼ਾਹ। ਕਬੂਤਰ ਦਾ ਵਜ਼ਨ ਨਹੀਂ ਹੋਣਾ ਚਾਹੀਦਾ ਉੱਡਣ ਵਾਲੇ ਕਬੂਤਰ ਦਾ। ਨਹੀਂ ਜੀ, ਮੋਟੇ ਕਬੂਤਰ ਡਾਪੀ ਹੁੰਦੇ ਨੇ, 10-11 ਵਜੇ ਲੰਮੇ ਪੈ ਜਾਂਦੇ। ਬਿਲਕੁਲ। ਇਹ ਕਬੂਤਰ ਵੇਖੋ ਨਾ, ਲਾਈਟ ਵੇਟ ਕਬੂਤਰ ਹੈ। ਹਾਂਜੀ, ਕੋਈ ਕਬੂਤਰ ਸਾਜ ਜਿਹੜੇ ਮੋਟੇ ਦਾੜੇ ਕਬੂਤਰ ਨੇ ਨਾ, ਇਹ ਮਹੀਨਾ ਦੋ ਭੜਕਾਂ ਖਾ ਕੇ ਤੇ ਵੱਧ ਹੋਈਡੇ ਤੇ ਆ ਇਹ ਜਾਂਦੇ। ਜਾ ਕੇ ਸੈੱਟ ਹੁੰਦੇ ਨੇ, ਉਹਨੇ ਚਲੋ ਗੇਮ ਮੁੱਕ ਜਾਂਦੀ। ਹਾਂਜੀ। ਅਸੀਂ ਤੁਹਾਡਾ ਸ਼ੌਕ ਕੀਤਾ ਕਬੂਤਰਾਂ ਦਾ, ਕਹਿ ਸਕਦੇ ਹਾਂ ਇਹਨਾਂ ਦਾ ਖਾਸ ਵਸਫ ਹੈ ਕਿ ਇਹਨਾਂ 'ਚ ਵਜ਼ਨ ਨਹੀਂ ਹੈ, ਹਾਂਜੀ, ਬਲਕਿ ਬਰਾਏ ਨਾਮ ਹੀ ਨੇ। ਬਿਲਕੁਲ ਬਰਾਬਰ। ਮਸਲਾ ਕਿਹਾ ਹੁਣ ਕਬੂਤਰ ਉੱਡਦੇ ਨਹੀਂ ਹੈ, ਜੋੜਿਆਂ 'ਚ ਪਏ ਨੇ। ਕੋਈ ਸਾਲ ਸਮਝੋ ਕੋਈ ਜਿਹੜਾ ਕਬੂਤਰ ਜੋੜਿਆਂ 'ਚ ਕਦੀ ਉੱਡਿਆ ਹੀ ਨਹੀਂ, ਉਹਦਾ ਐਡਾ ਜਿਸਮ ਤਿਆਰ ਨੇ, ਵਜ਼ਨ ਘੱਟ ਹੈ। ਤੇ ਜਦੋਂ ਇਹ ਪਰਵਾਜ਼ਾਂ 'ਚ ਹੋਣਗੇ ਤੇ ਫਿਰ ਤੇ ਹੋਰ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ। ਕਾਫੀ ਅਰਸੇ ਤੋਂ ਅਡਾ ਰਹੇ ਆ। ਜਿਵੇਂ ਜਿਵੇਂ ਅਡਾਰਾਂ ਕੱਢਣਗੇ, ਖੁਰਾਕ ਲੈਣਗੇ, ਮਜ਼ਬੂਤੀ ਆਏਗੀ, ਜਿਸਮ ਬਹੁਤ ਸਖਤ ਹੁੰਦਾ ਰਹੇਗਾ। ਲੇਕਿਨ ਖੂਨ ਦੇ ਵਿੱਚ, ਇਹਨਾਂ ਦੀ ਛਾਤੀ ਦੇ ਵਿੱਚ ਫਲਾਵਟ ਨਹੀਂ ਹੋਣਾ, ਸਖਤ ਆ ਜਾਏਗਾ, ਜਿਵੇਂ ਲੋਹੇ ਦੀ ਕੋਈ ਚੀਜ਼ ਪਕੜੀ। ਠੀਕ। ਕਬੂਤਰ ਉਹ ਸਾਜ਼ੀਆ ਜਿਹੜੇ ਬੜੇ ਸਖਤ ਡਾਢੇ ਮੋਟੇ ਹੁੰਦੇ ਨੇ, ਦੋਸਤ ਬੜਾ ਨਾ ਵਸਫ ਸਮਝਦੇ ਨੇ ਕਿ ਯਾਰ ਇਹ ਬੜਾ ਮਜ਼ਬੂਤ ਕਬੂਤਰ, ਸਖਤ ਜਿਹਨੂੰ ਕਹਿ ਲਓ, ਆਸਾਨ ਲਫ਼ਜ਼ਾਂ 'ਚ ਕਹਿ ਰਹੀ ਹੈ। ਤੁਹਾਡੇ ਮੁਤਾਬਕ ਕਬੂਤਰ ਚੰਗੇ ਹੁੰਦੇ ਨੇ ਵਜ਼ਨੀ ਦੇ ਸਖਤ? ਕਬੂਤਰ ਪਕੜਦੇ ਹੀ ਪਤਾ ਲੱਗ ਜਾਂਦਾ ਵੀ ਇਹ ਕਬੂਤਰ ਬਹੁਤ ਸਖਤ ਤੇ ਉੱਡਣ ਵਾਲਾ। ਹਾਂਜੀ। ਆ ਦੇਖੋ ਕਬੂਤਰ ਰਿਜ਼ਲਟ ਦੇ ਨੇ। ਸਹੀ। ਹੁਣ ਤੁਹਾਡੇ ਕਬੂਤਰ ਬਿਲਕੁਲ ਸਮਝੋ ਵਜ਼ਨ ਪਤਾ, ਮੇਰੇ ਖਿਆਲ ਨਾਲ ਤੇ ਅੱਜ ਹੀ ਇਹਨਾਂ ਨੂੰ ਪਾ ਕੇ ਖੁਰਾਕ ਸ਼ੁਰੂ ਕਰੋ, ਸਵੇਰ ਤੋਂ ਭਾਵੇਂ ਬਾਰੀ ਪਾ ਦੇ ਉੱਡਣਗੇ। ਠੀਕ। ਇਹ ਚੀਜ਼ ਨਾਲ ਜੀ ਮੁਨਫਰਦ ਦੇ ਦੂਸਰੇ ਕਬੂਤਰਾਂ ਲਈ ਨਸਲਾਂ ਦੇ ਟਾਈਮ ਨਹੀਂ ਲੈਂਦੇ। ਇਹ ਨਹੀਂ ਵੀ 3 ਮਹੀਨੇ ਨਾਲ ਦੁਆਲੇ ਰਹੋ, ਉਹਨੇ ਜਦੋਂ ਗੇਮ ਮੁੱਕਣੇ ਘਰ ਨੂੰ ਬਹਿ ਜਾਓ ਆਰਾਮ ਨਾਲ। ਅਸੀਂ ਕਹਿ ਸਕਦੇ ਹਾਂ ਇਹ ਜਿਹੜੇ ਰੈਸਲਰ ਨੇ WWF ਵਾਲੇ, ਤੇ ਦੂਜੇ ਵਾਲੇ ਨੇ ਜਿਹੜਾ ਭਲਵਾਨੀ ਵਾਲੇ ਨੇ ਕਬੂਤਰ, ਜਿਹੜੇ ਵਜ਼ਨੀ ਕਬੂਤਰ ਨੇ, ਚਰਬੀ ਵਾਲੇ ਹੁੰਦੇ ਨੇ। ਬਸ ਐਥਲੀਟ ਕਹਿ ਸਕਦੇ ਹਾਂ ਅਗਰ ਲਫ਼ਜ਼ ਇਸਤੇਮਾਲ ਕਰੀਏ ਤੇ, ਕਿਉਂਕਿ ਜਿਹੜਾ ਐਥਲੀਟ ਹੁੰਦਾ ਨਾ ਉਹਨੂੰ ਬਸ ਭੱਜਣਾ ਬੜਾ ਸੌਖਾ ਹੁੰਦਾ ਹੈ। ਜਿਹੜਾ ਮੋਟਾ ਬੰਦਾ ਉਹਨੇ ਵਿਚਾਰੇ ਭੱਜਣਾ ਕੀ ਹੈ। 3 ਸਾਲ ਹੋ ਗਏ ਨੇ, ਬਾਜੀ ਹੋ ਰਹੀ ਸੀ, ਬਹੁਤ ਦੁਨੀਆ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸਨ। ਹਾਂਜੀ। ਇਹ 3 ਕਬੂਤਰ ਇੱਕ ਟਾਵਰ ਆ ਗਏ ਸਨ। ਠੀਕ। ਇਹ ਬੈਠੇ ਨਹੀਂ ਸਨ, ਇਹ ਰਾਤ ਨੂੰ 8 ਵਜੇ ਤੋਂ ਉੱਤੇ ਬੈਠੇ ਸੀ। ਠੀਕ। ਹਾਂਜੀ। ਇਹ ਸਾਜੀ ਤੁਹਾਡੇ ਹਵਾਲੇ ਨਾਲ ਬੜਾ ਮਸ਼ਹੂਰ ਹੈ ਇੱਕ ਗੱਲ, ਕਿ ਬੜੀ ਸਖਤ ਗਰਮੀ ਡਿਗਰੀ ਦੇ ਵਿੱਚ ਮੈਨੂੰ ਬੜੇ ਦੋਸਤਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਜਾਂਦੇ ਹੋ ਨਾ, ਇਹ ਸਾਡਾ ਸਵਾਲ ਜ਼ਰੂਰ ਕਰਿਆ ਕਰੋ ਕਿਸੇ ਕਾਬਲ ਸੱਤ ਦਾ ਕੋਲ। ਤੇ ਹਰ ਬੰਦਾ ਮੇਰੇ ਖਿਆਲ ਮੁਤਾਬਕ, ਮੇਰੇ ਤਜਰਬੇ ਮੁਤਾਬਕ ਸਵਾਲ ਕਰਨ ਦੇ ਕਾਬਲ ਨਹੀਂ ਹੁੰਦਾ, ਕਿਉਂਕਿ ਅਗਰ ਉਹਨੇ ਜਵਾਬ ਦੱਸਣਾ ਹੀ ਨਹੀਂ ਜਾਂ ਉਹਨੂੰ ਪਤਾ ਹੀ ਕੋਈ ਨਹੀਂ, ਚੋਖਿਆ ਬੰਦਿਆਂ ਨੂੰ ਪਤਾ ਹੀ ਕੋਈ ਨਹੀਂ ਹੁੰਦਾ। ਐਵੇਂ ਗੱਲ ਸਵਾਲ ਤੇ ਉਹਨੂੰ ਕਰਨਾ ਚਾਹੀਦਾ। ਵੇਖੋ ਨਾ, ਤੁਸੀਂ ਬਜ਼ੁਰਗ ਸ਼ਖਸੀਅਤ, ਤੁਸੀਂ ਇੱਕ ਗੱਲ ਬੰਦੇ ਬੋਲ ਕੇ ਨਹੀਂ। ਹਾਂਜੀ, ਤੁਸੀਂ ਇੱਕ ਆਪਣੇ ਫਨ ਦੇ ਵਿੱਚ ਆਪਣਾ ਲੋਹਾ ਮਨਵਾਇਆ ਹੈ।
ਮੁਖਤਲਿਫ ਪਾਕਿਸਤਾਨ ਦੇ ਸ਼ਹਿਰਾਂ ਦੇ ਵਿੱਚ ਵੀ ਕਬੂਤਰ ਉਡਾਏ ਨੇ, ਬਲਕਿ ਤੁਹਾਡੇ ਬੇਟੇ ਤੁਹਾਡੇ ਸ਼ਾਗਿਰਦ ਪਰਫਾਰਮ ਕਰਦੇ ਨੇ ਪਏ। ਇਹ ਜਿਹੜਾ ਗਰਮੀ ਸਖਤ ਵਿੱਚ ਕਬੂਤਰ ਉਡਾਉਣ ਦਾ ਤਰੀਕਾਕਾਰ ਮੇਰੇ ਖਿਆਲ ਦੇ ਨਾਲ ਅਸੂ ਕਤੇ ਠੰਡ ਨਾਲ ਹੋਰ ਹੁੰਦਾ ਵੇ। ਇਹਦੇ ਮੁਤਲਕ ਤੁਹਾਡੀ ਕੀ ਰਾਏ? ਇੱਕ ਕਦਮ ਰੱਖਣ ਲੱਗਿਆ ਡਰਨਾ ਚਾਹੀਦਾ, ਇੱਕ ਕਦਮ ਸੋਚ ਸਮਝ ਕੇ ਰੱਖੋ। ਐਵੇਂ ਨਾ ਗਰਮੀ ਵੇਖ ਕੇ ਕਬੂਤਰ ਨੂੰ ਠੰਡਾ ਕਰ ਦਿਓ, ਹਰ ਸ਼ੈ ਗਵਾ ਕੇ ਬਹਿ ਜਾਓ। ਠੀਕ, ਉਹਦੇ ਮੁਤਾਬਕ ਉਹਦੇ ਜਿਸਮ ਦੇ ਮੁਤਾਬਕ ਉਹਨੂੰ ਦਿਓ, ਹੱਕ ਬਣਦਾ ਹੈ, ਕਿਉਂਕਿ ਰੋਟੀ ਦੇ ਨਾਲ ਪਾਣੀ ਦੀ ਆਮ ਜ਼ਰੂਰਤ ਹੈ। ਹਾਂਜੀ ਅਗਰ ਤੁਸੀਂ ਰੋਟੀ ਸਾਲਾਂ ਨਾਲ ਖਾ ਰਹੇ ਹੋ ਬਿਲਕੁਲ ਤੇ ਪਾਣੀ ਨਹੀਂ ਪੀਂਦੇ ਤੇ ਤੁਹਾਨੂੰ ਹਿੱਟ ਜੀ ਲੱਗ ਜਾਏਗੀ, ਤੁਸੀਂ ਠੀਕ। ਪਰੇਸ਼ਾਨ ਹੋਵੋਗੇ। ਉਹਦੇ ਨਾਲ ਪਾਣੀ ਦਾ ਹੋਣਾ ਬਹੁਤ ਲਾਜ਼ਮੀ ਹੈ। ਕੁਛ ਉਸਤਾਦ ਜੀ ਬੰਦੇ ਜਿਹੜੇ ਨਾ ਪਾਣੀ ਬੜਾ ਨਾਪ ਤੋਲ ਕੇ ਦਿੰਦੇ ਨੇ, 5-5 ਸੀਸੀ 2-2 ਸੀਸੀ, ਕਈ ਤਾਂ ਪਿਆਂਦੇ ਹੀ ਕੋ ਨਹੀਂ। ਮੈਂ ਐਸੇ ਉਸਤਾਦ ਵੀ ਵੇਖੇ ਨੇ ਸਖਤ ਗਰਮੀ ਦੇ ਵਿੱਚ ਨਾ ਕਬੂਤਰ ਉਹ ਸਮਝੋ ਕੋ ਆਪਣੇ ਕੋਈ ਕਾਰਗਰ ਦੀ ਵਹਾਂ ਦੇ ਚੱਕਰਾਂ 'ਚ ਨਾ ਕਬੂਤਰ ਪਿਆਸਾ ਹੀ ਉਡਾ ਦਿੰਦੇ ਨੇ। ਇਹਦੇ ਮੁਤਲਕ ਤੁਹਾਡਾ ਕੀ ਖਿਆਲ ਹੈ, ਰਾਏ ਕੀ ਆ? ਅਗਲੀ ਕਾਰਗਰਦਗੀ ਵੀ ਗਵਾ ਬੈਂਦੇ ਨੇ। ਨਹੀਂ ਕਹਿੰਦੇ ਨੇ ਜੀ ਪਾਣੀ ਚੋਖਾ ਦੇ ਆ ਕਬੂਤਰ ਥੱਲੇ ਖਲੋ ਰਹਿੰਦੇ ਨੇ। ਹਾਲਾਂਕਿ ਅਸੀਂ ਦੇਖਿਆ ਕਿ ਤੁਹਾਡਾ ਜਿਹੜਾ ਤਰੀਕਾਕਾਰ ਹੈ ਨਾ, ਜ਼ਿਆਦਾਤਰ ਦੋਸਤ ਜਾਣਦੇ ਨੇ ਕਿ ਤੁਸੀਂ ਤੇ ਪਾਣੀ ਦੇ ਕੇ ਨਾ ਚਨੇ ਤੇ ਮਕਈ ਚੜ੍ਹਨਾ ਪਾਣੀ ਮੂੰਹ ਨਾਲ ਹੀ ਵਗਦਾ ਹੁੰਦਾ ਹਾਂ ਜਦੋਂ ਇਹ ਲਾਉਂਦੇ। ਤੇ ਕਬੂਤਰ ਥੱਲੇ ਉੱਡਦੇ ਨੇ ਤੇ ਬਾਦੋਂ ਸਮਾਨ ਬੰਦ ਹੋ ਜਾਂਦੇ ਨੇ। ਜਿਉਂ ਸੂਰਜ ਨਿਕਲਦਾ ਗਰਮ ਹੁੰਦਾ ਹੈ ਤੇ ਉਹ ਬੰਦ ਹੋ ਜਾਂਦੇ ਨੇ। ਜਦੋਂ ਦੇਖੋਗੇ ਸੂਰਜ ਦੇ ਵਿੱਚ ਹੀ ਲੱਗਣਾ ਇਹਦੇ ਉਸ ਅੱਜ ਕੀ ਵਜ੍ਹਾ ਹੈ ਤੇ ਦੋਸਤਾਂ ਨੂੰ ਇਹ ਤਾਂ ਦੱਸੋ ਅੱਜ। ਉਹਦੇ ਰੌਲਾ ਅਕਲ ਦਾ ਹੀ ਆ ਬੜੇ ਮੈਨੂੰ ਦੋਸਤ ਨਾਲ ਇੱਕ ਤਕਰੀਬਨ ਸਾਲ 2 ਸਾਲ ਤੋਂ ਮੇਰੇ ਦੋਸਤ ਤੁਹਾਡੇ ਨਾਲ ਫੈਨ ਵੀ ਨੇ। ਉਹ ਕਹਿੰਦੇ ਉਸਤਾਦ ਡਾਕਟਰ ਅਬਦੁਲ ਗਨੀ ਸਾਹਿਬ ਦਾ ਜਿਹੜਾ ਨਾ ਨਨਕਾਣਾ ਤੋਂ ਉਹਦਾ ਇੰਟਰਵਿਊ ਕਰੋ ਖਸੂਸੀ ਤੌਰ ਤੇ ਉਹ ਇਹ ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਹੈ। ਤੇ ਚਲੋ ਇਸ ਬਹਾਨੇ ਨਾਲ ਅਸੀਂ ਸਾਡੇ ਪਲੇਟਫਾਰਮ ਤੋਂ ਤੁਹਾਡੇ ਅੱਗੇ ਪੈਗਾਮ ਦੋਸਤਾਂ ਤੱਕ ਪਹੁੰਚੇਗਾ। ਇਸ ਗੱਲ 'ਚ ਕੀ ਰਾਜ਼ ਹੈ? ਮੇਰਾ ਗੱਲ ਇਹ ਆ, ਰੌਲਾ ਸਾਰਾ ਆਪਣੇ ਦਿਮਾਗ ਦਾ ਹੈ। ਇੱਕ ਤੁਸੀਂ ਦਵਾਈ ਦੇ ਰਹੇ ਹੋ, ਹਾਂਜੀ ਕਬੂਤਰ ਬਹੁਤ ਸਖਤ ਗਰਮੀ ਦੇ ਰਹੇ ਹੋ, ਨਾਲ ਹੀ ਬੱਦਲ ਆਉਂਦੇ ਨੇ, ਬਾਰਿਸ਼ ਪੈ ਜਾਂਦੀ, ਉਹ ਦਵਾਈ ਤੁਸੀਂ ਉਵੇਂ ਤਾਂ ਨਹੀਂ ਦੇ ਸਕਦੇ। ਬਿਲਕੁਲ ਉਹਦੇ ਜ਼ਮੀਨ ਸਮਾਨ ਦਾ ਫਰਕ ਪੈ ਗਿਆ, ਫਿਰ ਆਪਣਾ ਰਸਤਾ ਬਦਲਣਾ ਪੈਣਾ ਤੁਹਾਨੂੰ, ਠੀਕ ਹੈ ਨਾ। ਹਾਂਜੀ ਫਿਰ ਆਪਣੀ ਮੰਜ਼ਿਲ ਜਿਹੜੀ ਹੈ ਨਾ ਉਹ ਪਾਓਗੇ, ਤੁਹਾਡੇ ਕਰੀਬ ਆਏਗੀ ਮੰਜ਼ਿਲ। ਹੁਣ ਇਹ ਤਾਂ ਨਹੀਂ ਵੀ ਤੁਸੀਂ ਇੱਕ 50 ਟੈਂਪਰੇਚਰ ਦੇ ਵਿੱਚ ਦਵਾਈ ਦੇ ਰਹੇ ਹੋ ਤੇ ਤੁਸੀਂ 41 ਦੇ ਵਿੱਚ ਵੀ ਉਹ ਦਿਓ। ਠੀਕ ਇਹ ਇੰਨਾ ਹੁਸ਼ਿਆਰ ਹੋਣਾ ਚਾਹੀਦਾ, ਜਿਸ ਤਰ੍ਹਾਂ ਕਾਲਾ ਨਾਗ ਫਣੀਅਰ ਇੱਕ ਬਹੁਤ ਹੁਸ਼ਿਆਰ ਹੁੰਦਾ, ਉਹ ਡੰਗ ਨੂੰ ਵੇਂਦਾ ਇੰਝ ਮਾਰਦਾ ਡੰਗਦਾ ਹੈ। ਹਾਂਜੀ ਤੇ ਕਾਰੀਗਰ ਪਿਛਲੇ ਬੰਨੇ ਡਾਂਗ ਲੈ ਖਲੋਤਾ, ਉਹ ਪਿਛਲੇ ਬੰਨੇ ਆ ਜਾਂਦਾ ਬੰਦੇ ਨੂੰ, ਬਿਲਕੁਲ ਉਹ ਸਿੱਧਾ ਨਹੀਂ ਖਲੋਤਾ ਰਹਿੰਦਾ, ਉਹ ਪਿਛਲੇ ਬੰਨੇ ਵਾਲੇ ਬੰਦੇ ਨੂੰ ਵੀ ਡੰਗਦਾ ਆ ਕੇ। ਇਸੇ ਤਰ੍ਹਾਂ ਹੀ ਇਹ ਕਬੂਤਰਬਾਜ਼ੀ ਹੈ। ਕਿਤਾ ਵੀ ਕੋਲ ਇੱਥੇ ਮੇਰੇ ਬੈਠੇ ਹੋ, ਫਿਰ ਤੁਹਾਨੂੰ ਦੱਸੀਏ ਗੁਰ ਵਿਦਿਆ ਹੈ। ਇਹ ਸਾਜੀ ਸੋਹਣੀ ਗੱਲ ਹੈ ਬੜੀ ਤੁਹਾਡੀ ਹੈ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇੱਕ ਕਾਮਯਾਬ ਸ਼ੌਕੀਨ ਬੰਦਾ ਵੇ ਉਹਨੂੰ ਸੱਪ ਵਾਂਗੂ ਚਲਾਕ ਤੇ ਲੋਮੜੀ ਵਾਂਗੂ ਹੁਸ਼ਿਆਰ ਹੋਣਾ ਚਾਹੀਦਾ ਵੇ, ਜਿਹੜਾ ਹਰ ਤਰੀਕੇ ਨਾਲ ਬਿਲਕੁਲ ਨਜ਼ਰ ਰੱਖੇ ਮੌਸਮ ਤੇ ਵਕਤ ਤੇ ਕਿੱਥੇ ਸ਼ੈ ਮੈਂ ਕਿਹੜੀ ਸ਼ੈ ਦੇਣੀ ਹੈ। ਇਹ ਨਹੀਂ ਕਿ ਜੋ ਮੈਨੂੰ ਉਸਤਾਦ ਨੇ ਕਿਹਾ ਅਗਰ ਮੈਂ ਅਸੂ ਦੇ ਵਿੱਚ ਜਾਂ ਵਸਾਹੇ 'ਚ ਤੈਨੂੰ ਇਮਲੀ ਦੱਸੀ ਸੀ ਤੇ ਉਹ ਜੇਠ 'ਚ ਵੀ ਇਮਲੀ ਦਈ ਜਾਵੇ। ਬੱਦਲ ਬਹੁਤ ਜ਼ਿਆਦਾ ਨੇ, ਤੁਸੀਂ ਕਬੂਤਰਾਂ ਨੂੰ ਛੇੜ ਦਿੰਦੇ ਹੋ, ਤੁਹਾਡੇ ਇੱਕ ਵੀ ਨਹੀਂ ਹੋਣਾ, ਹੋ ਸਕਦਾ ਇੱਕ ਰਾਤ ਦਾ ਭਾਵੇਂ ਹੋਵੇ। ਹਾਂਜੀ ਉਹ ਤਾਂ ਕਿਸਮਤ ਜਦੋਂ ਨਾਲ ਤੁਸੀਂ ਸਾਦਾ ਖੁਰਾਕ ਤੇ ਛੱਡੋਗੇ ਤੁਹਾਡਾ ਜਾਏਗਾ ਕੋਈ, ਭਾਵੇਂ ਕਿੰਨੇ ਬੱਦਲ ਹੋਣ ਜੋ ਮਰਜ਼ੀ ਹੋਣ, ਉਹਨੇ ਗਹਿਰਾਈ 'ਚ ਜਾਣਾ ਹੀ ਨਹੀਂ, ਉਹਨੇ ਗਵਾਜਣਾ ਕਿੱਥੋਂ। ਤੁਹਾਡੀ ਪਾਰਟੀ ਲੋ ਸਾਜੀ ਗੱਲ ਬੜੀ ਮੈਂ ਸੁਣੀ ਹੈ ਕਿ ਜਦੋਂ ਮੌਸਮ ਖਰਾਬ ਹੁੰਦਾ ਨਾ ਤੇ ਤੁਹਾਡੇ ਕਬੂਤਰ ਸਮਾਨ ਬੰਦ ਹੀ ਨਹੀਂ ਹੁੰਦੇ। ਨਹੀਂ ਨਾ ਮਸਨ ਦੂਸਰੇ ਦੋਸਤ ਗਰਮ ਪਾਣੀ ਜੋ ਵੀ ਉਹ ਹੱਥ ਕਰਦੇ ਨੇ ਖੇਲ ਪਾਣੀ ਉਸੇ ਤੇ ਰਹਿੰਦੇ ਨੇ ਤੇ ਤੁਸੀਂ ਆਪਣਾ ਹੱਥ ਬਦਲ ਲੈਂਦੇ ਹੋ, ਸਖਤ ਖਰਾਬ ਤੇ ਆਂਦੀ ਤੂਫਾਨ ਮਸਾਂ ਕਬੂਤਰ ਥੱਲੇ ਲੜਦੇ ਰਹਿੰਦੇ ਨੇ, ਪੈਲੀਆਂ 'ਚ ਡਿੱਗਦੇ ਨੇ ਪਈ, ਡਿੱਗਦੇ ਨਹੀਂ ਉੱਡਦੇ ਨੇ ਕਿਤਲੇ ਚੱਲ ਜਾਂਦੇ ਜ਼ਮੀਨ ਨਾਲ ਲੱਗ ਕੇ ਫਿਰ ਆਇਆ ਉੱਚੇ ਚਲੇ ਜਾਂਦੇ। ਇਹਦੀ ਤੁਹਾਡੀ ਇਹ ਹਿਕਮਤ ਅਮਲੀ ਇਹ ਵੇ ਕਿ ਤੁਸੀਂ ਬਰ ਵਕਤ ਆਪਣਾ ਜੋ ਵੀ ਕਰਨਾ ਹੁੰਦਾ ਖੇਲ ਪਾਣੀ ਬਸ ਕਰਨ ਵਾਲੀ ਹੈ। ਮੇਰੇ ਬਜ਼ੁਰਗਾਂ ਦੀਆਂ ਦੁਆਵਾਂ ਨੇ, ਕਾਲੀ ਕਮਲੀ ਵਾਲੇ ਦਾ ਮੇਰੇ ਤੇ ਬੜਾ ਸ਼ਾਨ ਹੈ। ਇਹ ਹਾਂਜੀ ਪੰਜਾਬੀ ਦੀ ਕਹਾਵਤ ਹੈ, ਗੱਲ ਵੇਲੇ ਦੀ ਤੇ ਫਲ ਮੌਸਮ ਦਾ। ਗੱਲ ਵੇਲੇ ਦੀ ਤੇ ਫਲ ਮੌਸਮ ਦਾ। ਇੰਨੀ ਗੁਫ਼ਤਗੂ ਕਰਨ ਦਾ ਮੇਰੇ ਖਿਆਲ ਦੇ ਨਾਲ ਸਾਡਾ
ਮਕਸਦ ਵੀ ਇਹ ਹੀ ਹੈ ਜਾਂ ਅਸੀਂ ਮੈਸੇਜ ਕਹਿ ਸਕਦੇ ਹਾਂ ਕਿ ਵਕਤ ਦੇ ਮੁਤਾਬਕ ਚੱਲਣਾ ਚਾਹੀਦਾ ਇਨਸਾਨ ਨੂੰ। ਸਹੀ। ਇਹ ਨਾ ਕਿ ਆਕੜ ਕੇ ਆਪਣੀ ਜਗ੍ਹਾ ਤੇ ਬਹਿ ਰਹਿਣੀਆਂ, ਆਪਣੀ ਉਸਤਾਦੀ ਦੇ ਚੱਕਰੇ 'ਚ ਹੀ ਰਹਿਣ। ਨਹੀਂ ਜੀ, ਉਹ ਟੁਰੇ ਫਿਰੇ ਇਲਮ ਹਾਸਲ ਹੁੰਦਾ ਇੱਕ ਜਗ੍ਹਾ ਬਹਿ ਕੇ ਨਹੀਂ। ਹਾਂਜੀ। ਮੀਆਂ ਮੁਹੰਮਦ ਸਾਹਿਬ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਤੁਹਾਡੇ ਇੰਟਰਵਿਊ, ਸਰਕਾਰ ਫਰਮਾਉਂਦੇ ਉੱਠ ਦਿਲਾ ਚੱਲ ਡੋਲਣ ਚੱਲੀਏ, ਤੇ ਘਰ ਬੈਠੇ ਯਾਰ ਨਹੀਂ ਮਿਲਦੇ, ਤੇ ਬਿਨ ਤਕਲੀਫ ਉਹ ਮਿਲਦੇ ਨਹੀਂ ਜਿਹੜੇ ਮਹਿਲ ਮੁਰਾਦ ਨੇ ਦਿਲ ਦੇ। ਤੇ ਜੇ ਆਪ ਕੋਈ ਯਾਰ ਵੀ ਮਿਲੇ ਤੇ ਘਰੋਂ ਵੀ ਨਾ ਬਾਹਰ ਨਿਕਲੋ, ਭੁੱਖਾ ਵੀ ਨਾ ਜਾਲੀਆਂ ਬਹਿਣ। ਸਹੀ। ਇੱਥੇ ਗੱਲਾਂ ਜਿਹਾ ਬਣਿਆ ਖੜਕਾਂ ਦੇ ਵਿੱਚ ਡਿੱਗਣਾ ਪੈਣਾ, ਕੱਪੜੇ ਝਾੜੀਆਂ ਨਾਲ ਪੱਟਨੇ ਨੇ, ਪੈਰੋਂ ਨੰਗੇ ਹੋ ਕੇ ਰੇਤ ਦੀ ਤੰਬਜ ਨੇ ਸਾੜਨੇ ਨੇ, ਫੇਰ ਯਾਰ ਦਾ ਦੀਦਾਰ ਹੁੰਦਾ। ਇੱਕ ਦੋ ਹਾਂ ਜੁਮਲਾ ਗਿਆ ਸੀ, ਉਹ ਮੈਨੂੰ ਬੜਾ ਯਾਦ ਹੈ ਕਿ ਕਬੂਤਰ ਭੁੱਖਾ ਨਹੀਂ ਇਸ਼ਫਾਕ ਉੱਡਦਾ ਕਦੀ। ਹਾਂਜੀ। ਉਹ ਕਹਿੰਦਾ ਤਾਂ ਤੁਹਾਂ ਕਿਹਾ ਕਿ ਇਹ ਉਹ ਮੈਨੂੰ ਕੋਈ ਉਸਤਾਦ ਦੱਸੀ ਜਿਹੜਾ ਭੁੱਖਾ ਕਬੂਤਰ ਡਾਂਦਾ ਜਾਂ ਜਿਹਦਾ ਉੱਡਦਾ ਹੋਵੇ। ਹਾਂਜੀ। ਉਹਦੇ ਨਾਲ ਬਾਰੀਆਂ 3 ਹੋਣ ਤੇ ਉਹ ਜਿੱਤ ਜਾਏਗਾ। ਠੀਕ। ਜਿਹੜਾ ਪਲਟਾ ਕੇ ਭੁੱਖਾ ਕਰਕੇ ਛੱਡਦਾ, ਬਾਰੀਆਂ 11 ਹੋਣ ਤੇ ਤੁਸੀਂ ਜਿੱਤੋਗੇ। ਠੀਕ। ਪਹਿਲੀਆਂ 3 ਫਿਰਤਾਂ ਤੁਹਾਡੇ ਬਿਲਕੁਲ ਮੁਕਾ ਦੇਣੇ ਨਾ, ਕਬੂਤਰ ਨਾਲ ਲੱਗ ਜਾਣੇ। ਠੀਕ। ਚੌਥੀ ਬਾਰੀ ਤੁਹਾਡੀ ਫੋਨ ਹੋ ਜਾਣੀ, ਤੁਸੀਂ ਲੜਕਾ ਲੈਣਾ ਵੀ ਆ ਜਵਾਨਾ ਹੋਣਗਾ ਨਾ ਬਾਰੀ ਦੇ ਨਾਲ ਲੈਣਾ, ਤੂੰ ਸਾਡੇ ਕੋਲ ਕੀ ਤੁਹਾਡੇ ਕਾਲੇ ਕਬੂਤਰ ਹੋਣਗੇ ਜਿੱਤਣਗੇ। ਇਹ ਉਸਤਾਦ ਜੀ ਭੁੱਖ ਤੋਂ ਮਰਾਦ ਹੈ। ਕਈ ਦੇ ਦੋਸਤ ਜਿਵੇਂ ਅੱਗੇ ਅਸੀਂ ਪਹਿਲੀ ਪਾਰਟ ਦੇ ਵਿੱਚ ਗੱਲ ਕੀਤੀ, ਬੰਦੇ ਖੁਰਾਕ ਦਿੰਦੇ ਹੀ ਨਹੀਂ, ਮਸਲ 4-5 ਗੋਲੀਆਂ ਦੇ ਕੇ ਤੇ ਦਾਣਾ ਪਾ ਛੱਡਦੇ ਨੇ। ਦਾਣੇ ਪਾਣੀ ਦਾ ਕਮਾਲ ਹੈ। ਉਹ ਦਾਣਾ ਪਾਣੀ ਕਿਹਦੇ ਕੋਲ? ਕਿਸੇ ਕੋਲ ਨਹੀਂ। ਠੀਕ। ਜੋ ਆਪਣਾ ਦਾਣਾ ਪਾਣੀ ਦੇ ਕੇ 2 ਦਾਣੇ ਵੀ ਦੇਣਗੇ, ਕਬੂਤਰ ਬਾਹਰ ਡਿੱਗ ਪਏਗਾ। ਜਿੰਨਾ ਚਿਰ ਉਹ ਕਬੂਤਰ ਇਹ ਜਿਹੜੀ ਮੋਟੀ ਵਿਛਣੀ ਕਰਦਾ, ਹਾਂਜੀ, ਅੰਦਰੋਂ ਸਾਫ਼ ਨਹੀਂ ਹੁੰਦਾ, ਉਹ ਖੁਰਾਕ ਤਾਂ ਨਹੀਂ ਨਾ ਖਿੱਚ ਸਕਦਾ। ਮੇਰੇ ਉਸਤਾਦ ਜੀ ਆਉਂਦਾ ਤੇ ਮਕਸਦ ਪਤਾ ਕਿ ਮੈਂ ਮੁਖਤਲਿਫ ਦੇਖਿਆ ਚੈਨਲ ਸੇ ਦੋਸਤ ਮੀਡੀਆ ਤੇ ਆਉਂਦੇ ਨੇ ਤੁਹਾਡੇ ਕੋਲ ਸ਼ੌਕ ਕਰਵਾਉਣ ਵਾਸਤੇ, ਜਾਂ ਫਿਰ ਤੁਹਾਡਾ ਬੇਟਾ ਜਾਫਰ ਗਨੀ, ਇਹ ਭਾਈ ਸ਼ੌਕ ਦੋਸਤਾਂ ਨੂੰ ਕਰਾਉਂਦੇ ਨੇ। ਤੁਸੀਂ ਵੀ ਗੱਲ, ਮੈਂ ਅਕਸਰ ਕਹਿੰਦਾ ਕਿ ਯਾਰ ਕੋਈ ਬੰਦਾ ਗੱਲ ਏਡੀ ਇਲਮ ਵਾਲੀ ਸ਼ਖਸੀਅਤ ਹੋਏ, ਕਾਬਲ ਬੰਦਾ ਹੋਏ, ਤੇ ਗੱਲ ਕੋਈ ਪੁੱਛਣੀ ਤੇ ਕਿਸੇ ਦੱਸਣੀ ਹੈ ਨਾ। ਵੇਖਣਾ ਹੁਣ ਅਸੀਂ ਲਾਈਵ ਗੱਲ ਕਰ ਰਹੇ ਹਾਂ, ਮੇਰੇ ਖਿਆਲ ਦੇ ਨਾਲ ਜਿੰਨਾ ਅਸੀਂ ਗੱਲ ਕਰਦੀ ਤੇ ਨਾ, ਅਗਰ ਕੋਈ ਸਮਝਦਾਰ ਹੈ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਕਾਫੀ ਹੈ। ਬਹੁਤ ਬੜੀ ਗੱਲ ਹੈ। ਤੁਸੀਂ ਅੱਗੇ ਕਹਿੰਦੇ ਹੋ ਕਿ ਭਾਈ ਇਹ ਜਿਹੜੇ ਨੇ ਕਾਸ਼ਫ ਸਾਹਿਬ ਨੇ ਤੁਹਾਡੇ ਬੇਟੇ ਜਿਹੜੇ ਨੇ, ਜਦੋਂ ਮੈਂ ਕੱਲ ਰਾਬਤਾ ਕੀਤਾ ਉਹ ਕਹਿੰਦੇ ਸੰਗਾ ਤੁਸੀਂ ਬੜੇ ਖੁਸ਼ਕਿਸਮਤ ਬੰਦੇ ਹੋ, ਇੰਨੀ ਗੱਲ ਤੋਂ ਅੱਜ ਤੱਕ ਕਰਦੀ ਕੋਈ ਨਹੀਂ। ਜੋ ਉਹਨਾਂ ਗੱਲਾਂ ਕਰ ਛੜੀਆਂ ਨੇ ਬੜੀਆਂ, ਉਹਨਾਂ ਗੱਲਾਂ ਰਾਤ ਖੋਲ ਦਿੱਤੇ ਨੇ, ਜਿਹੜਾ ਕਿ ਹਾਲਾਂਕਿ ਲਾਈਵ ਕਾਲ ਦੇ ਦੌਰਾਨ, ਲਾਈਵ ਇੰਟਰਵਿਊ ਦੇ ਦੌਰਾਨ ਐਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਸਾਧ ਨੇ ਐਸੇ ਗੱਲਾਂ ਕਰ ਦਿੱਤੀਆਂ ਨੇ ਜਿਹੜਾ ਕਿ ਉਹ ਕਦੀ ਕਿਸੇ ਨੇ ਕਰਦੇ ਹੀ ਨਹੀਂ। ਇਹ ਤੁਹਾਡਾ ਬਹੁਤ ਖਸੂਸੀ ਸ਼ੁਕਰੀਆ ਅਸੀਂ ਅਦਾ ਕਰਦੇ ਹਾਂ ਕਿ ਤੁਸੀਂ ਸਾਡਾ ਉਹ ਗੁਜਰਾਂ ਤੋਂ ਏਡੇ ਆਉਣ ਦਾ ਸਾਡਾ ਮੁੱਲ ਪਾਇਆ ਤੇ ਸਾਡੇ ਨਾਲ ਤਾਵਨ ਕੀਤਾ। ਹਾਂ, ਤੇ 200 ਅਸੀਂ ਕਬੂਤਰਾਂ ਦਾ ਸ਼ੌਕ ਕਰਾਵਾਂਗੇ। ਉਹ ਕਹਿੰਦਾ ਕਬੂਤਰ ਬਰੀਡਰ ਕਬੂਤਰ ਨੇ ਤੋਂ ਨਾ ਕਾਫੀ ਦੇਰ ਦੇ ਜਾਫਰ ਬਾਈ ਨੇ ਹੱਥ 'ਚ ਫੜੇ ਨੇ। ਕਿੱਥੇ ਆਓ ਜਰਾ, ਨਹੀਂ ਉਤਲੀ ਕਰੋ ਟਰਨ, ਬੈਗ ਇਹ ਮੇਰੇ ਕਰਾਂਗੇ। ਹਾਂਜੀ ਚਲੋ ਅੱਖ ਲਗਾਓ। ਦੋਸਤੋ ਜਿੱਥੇ ਤਾਂ ਦੱਸਿਆ ਜੱਕ ਦਾ ਰਿਜ਼ਲਟ ਕਲੀਅਰ ਆਇਆ ਨਾ, ਤਾਂ ਕਿ ਜ਼ੂਮ ਠੀਕ ਕੰਮ ਕਰਦਾ ਕਿ ਨਹੀਂ ਭਲੇ ਅੰਦਰ। ਇਹ ਜੀ ਲੱਖਾਂ ਕਬੂਤਰ ਬਰੀਡ ਜੀ, ਇਹਨਾਂ ਦੀ ਆਪਣੀ ਪਹਿਚਾਣ ਆਪ ਹੈ। ਕਿਉਂਕਿ ਤੁਸੀਂ ਸਾਰੇ ਦੋਸਤ ਦੇਖਦੇ ਹੋ ਕਿ ਨਨਕਾਣਾ ਸ਼ਹਿਰ ਦੀ ਦੂਸਰੇ ਲਫ਼ਜ਼ਾਂ 'ਚ ਕਹਿ ਸਕਦੇ ਕਿ ਜਿਹੜੇ ਪਹਿਚਾਣ ਹੈ ਨਾ, ਉਹ ਲੱਖੇ ਕਬੂਤਰ ਨੇ। ਪੂਰੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਜਿਹੜੇ ਲੱਖੇ ਕਬੂਤਰ ਮਸ਼ਹੂਰ ਨੇ, ਜਾਣੇ ਜਾਂਦੇ ਨੇ। ਦੋਸਤ ਦੇਖ ਸਕਦੇ ਨੇ ਕਿੱਡੇ ਕਲੀਅਰ ਰਿੰਗ ਨੇ, ਅੱਖਾਂ ਦੀ ਚਮਕ। ਜਾਫਰ ਬਾਈ ਕਿੰਨੇ ਕੁ ਉਮਰ ਹੈ ਇਹਦੀ? ਬਹੁਤ ਜ਼ਿਆਦਾ ਉਮਰ ਹੈ, ਕਾਫੀ। ਅੰਦਾਜ਼ਾ ਕਿੰਨੀ ਕੁ ਉਮਰ ਹੋਏਗੀ ਜੀ? ਕਿੰਨੀ ਕੁ ਉਮਰ ਹੋਏਗੀ? ਅੱਬੂ ਨੂੰ ਬਿਹਤਰ ਪਤਾ ਜੀ ਇਹਨਾਂ ਦਾ। ਪਰ ਪੱਲਾ ਇਹ ਕੰਮ 15-20 ਤੇ ਹੋਣੀ ਹੈ। ਹਾਂਜੀ, ਇਸ ਤੋਂ ਵੀ ਜ਼ਿਆਦਾ ਹੋ ਕਹਿ ਸਕਦੇ। ਸ਼ੌਕ ਕਰਨ ਵਾਲੇ ਦੋਸਤ ਦੇਖ ਸਕਦੇ ਨੇ, ਬਿਲਕੁਲ ਨਾ ਕਹਿ ਸਕਦੇ ਹੋ ਨਾ, ਅਗਰ ਸਾਦਗੀ ਸਾਦਾ ਜਿਹੇ ਕਬੂਤਰ ਨੇ। ਜਿਹੜੇ ਕਬੂਤਰ ਨੇ ਇਸ਼ਫਾਕ ਭਾਈ ਇਸ ਤਰ੍ਹਾਂ ਨਹੀਂ ਕਰੋਗਾ ਜਿਸਮ ਤੋਂ ਸਾਫ਼, ਜਿਹੜੇ ਜਿਸਮ ਤੋਂ ਸਾਫ਼ ਨੇ ਨਾ ਕਬੂਤਰ, ਹਾਂਜੀ, ਉਹ ਕਬੂਤਰ ਪਿਓਰ ਹੱਲ 'ਚ ਹੋਣਗੇ। ਜਿਹੜੇ ਕਬੂਤਰ ਬਹੁਤ ਜ਼ਿਆਦਾ ਉੱਪਰੋਂ ਗਹਿਰੇ ਹੋਣਗੇ ਨਾ, ਉਹ ਦੂਸਰੇ ਕਬੂਤਰਾਂ ਦੀ ਕਲਾਸ। ਦੂਸਰੇ ਕਬੂਤਰ ਸ਼ੌਕ ਕਰਾਓ, ਤੁਹਾਡੇ ਨਾਲ ਥੋੜਾ ਐਂਟਰੀ ਦੇਣੇ ਆ ਵਿੱਚ। ਹੁਣ ਅੱਖ ਦੀ ਦਿਖਾਓ। ਇਹਦਾ ਬੇਟਾ ਹੈ? ਹਾਂਜੀ।
ਦੇਖੋ ਨਾ ਇਹਦੀ ਅੱਖ ਏਡੀ ਤੇਜ਼ ਨਹੀਂ ਜਿੱਡੀ ਉਹ ਕਬੂਤਰ ਦੀ ਅੱਖ ਹੈ। ਮਤਲਬ ਕਹਿ ਸਕਦੇ ਕਿ ਉਮਰ ਦੇ ਨਾਲ ਇਹਦੇ ਵੀ ਉਹ ਅੱਖ ਬਦਲ ਜਾਏਗੀ। ਹਾਂਜੀ, ਉਮਰ ਇਹਦੀ ਵੀ ਕਾਫੀ ਹੈ। ਠੀਕ, ਮਸਲਨ ਅੰਦਾਜ਼ਨ ਕੋਈ 8-10 ਸਾਲ ਤੇ ਹੈ। ਇਹ 7-8 ਸਾਲ ਦਾ ਹੋਊ, 8 ਸਾਲ ਦਾ ਹੈ। ਜਿਹੜੇ ਕੋਈ ਦੋਸਤ ਸ਼ੌਕ ਕਰਦੇ ਨੇ ਇਸ ਲੱਖਾ ਬਰੀਡ 'ਚ ਇਹ ਵੀ ਕੁਆਲਿਟੀ ਹੈ ਕਿ ਇਹ ਕਬੂਤਰ ਤਾਂ ਆਪਣੀ ਉਮਰ ਜ਼ਾਹਰ ਨਹੀਂ ਕਰਦੇ, ਹੁਣ ਵੀ ਇੰਝ ਲੱਗਦੇ ਨੇ ਵੀ ਜਿਵੇਂ ਪੱਠੇ ਨੇ, ਪੱਠੀਆਂ ਪੱਠੇ ਨੇ। ਕਿਤਨੇ ਦੀ ਅੱਖ ਦਾ ਸਾਫ ਕਲੀਅਰ ਹੈ ਉਸ ਆਪਣੇ ਬਾਪ ਨਾਲੋਂ। ਇਹ ਪਰ ਬਿਲਕੁਲ ਸਾਦਾ ਜਿਹੇ ਲੱਗਦੇ ਨੇ ਕਿਉਂ ਜੀ, ਜੋ ਅੱਜ ਕੱਲ੍ਹ ਮੀਡੀਆ 'ਚ ਦੋਸਤ ਦਿਖਾਉਂਦੇ ਨੇ ਤਲਵਾਰਾਂ ਦੇ ਪਰਦਾ ਚੜ੍ਹਾ। ਕਿਉਂ ਜਾਫਰ ਭਾਈ ਦਾ ਕਰੋ ਗੱਲ, ਤੁਸੀਂ ਨੌਜਵਾਨ ਹੋ ਕਿਉਂਕਿ ਤੁਸੀਂ ਮੀਡੀਆ ਨਾਲ ਟੱਚ ਰਹਿੰਦੇ। ਆਏ ਤੁਸੀਂ ਆਏ ਆਪਣਾ ਇਹਦਾ 10ਵਾਂ ਕਬੂਤਰ ਆ, ਪਰ 9ਵਾਂ 8ਵਾਂ 10ਵਾਂ ਵੱਡਾ ਹੈ ਇਸ ਕੋ ਜਿਹੜਾ ਪੱਠੇ ਦਾ ਬਰਾਬਰ ਕਹਿ ਸਕਦੇ ਥੋੜਾ ਜਿਹਾ ਖੋਲੋ ਜ਼ਰਾ। ਹਾਂਜੀ, ਉਹ ਤਾਂ ਵੱਡਾ ਹੀ ਹੈ ਕਿਉਂਕਿ ਬਰਾਬਰ ਨਹੀਂ ਕਹਿ ਸਕਦੇ, ਥੋੜਾ ਜਿਹਾ ਬਾਹਰ ਨਿਕਲਦਾ ਪਿਆ। ਉਸਤਾਦ ਨਾਲ ਗੱਲ ਕੀਤੀ ਡਾਕਟਰ ਅਬਦੁਲ ਗਨੀ ਸਾਹਿਬ ਨੇ ਕਿ ਮੇਰੇ ਜੋ ਉਸਤਾਦ ਸਨ ਉਂਗਲੀ ਦੇ ਨਾਲ ਕਬੂਤਰਾਂ ਦੇ ਨਾ ਟਿੱਪਾਂ ਜਿਹੜੀਆਂ ਨਾ ਪਰ ਟੋਂਦੇ ਹੁੰਦੇ ਹਨ। ਜਿਹੜਾ ਨਵਾਂ ਪਰ ਵੱਡਾ ਹੁੰਦਾ ਸੀ ਉਹ ਕਹਿੰਦਾ ਹੈ ਕਬੂਤਰ ਚੰਗਾ ਹੈ। ਬਾਕੀ ਉਹਨਾਂ ਨੂੰ ਨਾ ਬਿਨਾਂ ਬੰਦੇ ਸਾਨੂੰ ਕਿਹੜਾ ਕੋਈ ਦਿਸਦਾ ਸੀ ਕਬੂਤਰ, ਸਿਰਫ ਉਹ ਨਰਮਾਹਟ ਮਹਿਸੂਸ ਕਰ ਸਕਦੇ ਹਨ ਕਬੂਤਰਾਂ ਨੂੰ ਫੀਲਿੰਗਸ ਦੇ ਜ਼ਰੀਏ ਨਾਲ। ਦੋਵੇਂ ਦੇਖੋ ਨਾ ਜਾਫਰ ਭਾਈ ਤੁਸੀਂ ਸਾਹਮਣੇ ਆਓ ਮੇਰੇ ਨਾਲ ਕੈਮਰੇ ਦੇ, ਥੋੜ੍ਹੀ ਤੁਹਾਡੇ ਨਾਲ ਵੀ ਗੱਪਸ਼ਪ ਹੋਵੇ ਕਿਉਂਕਿ ਤੁਸੀਂ ਕੁਝ ਹੁਣ ਸਿਪਾ ਸਲਾਰ ਹੋ। ਕਿਉਂ ਜੀ, ਵਾਲਾ ਸਾਹਿਬ ਦੇ ਛੱਤ ਤੁਸੀਂ ਤਿਆਰ ਕੀਤੀ ਹੈ। ਦੋਸਤਾਂ ਨੂੰ ਅੱਗੋਂ ਨੈਕਸਟ ਟਾਈਮ ਆਵਾਂਗੇ ਤਾਂ ਤੁਹਾਨੂੰ ਜਨਾਬ ਇਹ ਵੀ ਸ਼ੌਕ ਕਰਾਵਾਂਗੇ ਇਹਨਾਂ ਦੇ ਕਬੂਤਰਾਂ ਦਾ। ਜੀ ਜਾਫਰ ਭਾਈ ਜਾਨ ਥੋੜ੍ਹੀ ਤੁਸੀਂ ਗੱਲ ਕਰਦੇ ਸੋ ਕਿ ਉਹ ਦੱਸੋ ਦੋਸਤਾਂ ਨੂੰ ਕੀ ਜਿਹੜੇ ਕਬੂਤਰ ਨੇ ਅਸ਼ਫਾਕ ਭਾਈ ਸਿੰਪਲ ਕਲਰ ਵਿੱਚ। ਹਾਂਜੀ, ਬਹੁਤ ਜ਼ਿਆਦਾ ਗੂੜੀ ਛਾਪ ਨਹੀਂ ਹੈ ਜਾਂ ਜ਼ਿਆਦਾ ਛੱਟੇ ਨਹੀਂ ਹੈ, ਉਹ ਕਬੂਤਰ ਪਿਓਰ ਹਾਲਤ 'ਚ ਨੇ। ਜਿਹੜੇ ਕਬੂਤਰਾਂ ਦੇ ਅੰਦਰ ਕ੍ਰਾਸ ਆ ਗਿਆ ਨਾ, ਜਿਹਨਾਂ ਦਾ ਬਹੁਤ ਗਹਿਰੀ ਛਾਪ ਆ ਜਾਏਗੀ, ਉਹਨਾਂ ਦੇ ਕਲਰ ਬੜੇ ਨਾ ਜ਼ਿਆਦਾ ਓਵਰ ਲੱਗਣਗੇ, ਉਹ ਕਬੂਤਰ ਕ੍ਰਾਸ ਆ ਜਾਣਾ। ਛਾਪ ਤੋਂ ਮੁਰਾਦ ਤੁਸੀਂ ਕਹਿ ਜਿਹਨਾਂ ਨੂੰ ਕ੍ਰਾਸ ਕਰੀਏ ਤਾਂ ਇਹਦਾ ਇੱਕ ਨਮੂਨਾ ਦਿਖਾਣਾ ਜਿਹੜਾ ਕ੍ਰਾਸ ਕੀਤਾ ਹੋਏਗਾ ਨਾ, ਨਹੀਂ ਕਹਿ ਸਕਦੇ ਕਿ ਕ੍ਰਾਸ 'ਚ ਜਾਈਏ ਤੇ ਛਾਪਦਾਰ ਹੋਏ ਤਾਂ ਬਹੁਤ ਜ਼ਿਆਦਾ ਉੱਪਰੋਂ ਤੁਸੀਂ ਸਮਝ ਲਓ ਕਿ ਫੈਂਸੀ ਹੋਣਾ ਸ਼ੁਰੂ ਹੋ ਜਾਏਗਾ। ਉਸ ਕੱਢਾਂ ਭਰੀਆਂ ਕਰ ਦੇਣਾ। ਪੂਰੇ ਛਾਪ ਉੱਪਰ ਰੈੱਡ ਨਿਸ਼ਾਨ ਕਲਰ ਜਿਹੜਾ ਹੈ ਨਾ ਮੁਖਤਲਿਫ। ਠੀਕ, ਦੇਖੋ ਨਾ ਹੁਣ ਇਹ ਕਬੂਤਰ ਤੁਹਾਡੇ ਕੋਲ ਮੌਜੂਦ ਨੇ ਤੇ ਹਰ ਬੰਦੇ ਦੋਸਤ ਨੂੰ ਅੱਛੇ ਲੱਗਦੇ ਨੇ। ਇਹ ਕਬੂਤਰ ਮੈਂ ਅਕਸਰ ਦੇਖੇ ਨੇ ਜਾ ਕੇ ਡਰਬੀਆਂ ਦੇ ਵਿੱਚ ਇਸ ਕਲਰ ਦੇ ਕਬੂਤਰ ਪਏ ਹੁੰਦੇ ਨੇ, ਉਹਨਾਂ ਨੂੰ ਕਬੂਤਰ ਕੋ ਹੜਦਾ ਵੀ ਨਹੀਂ ਦੋਸਤ। ਬਲੱਡ ਲਾਈਨ ਦਾ ਫਰਕ ਹੈ ਨਾ ਜੀ, ਖੂਨ ਤੇ ਉਹ ਨਹੀਂ ਨਾ। ਠੀਕ, ਖੂਨ ਦਾ ਹੋਣਾ ਜ਼ਰੂਰੀ ਨਹੀਂ ਹੈ। ਹੋ ਸਕਦਾ ਕੋਈ ਤੁਹਾਡਾ ਹੀ ਵੇਖੋ ਤੁਸੀਂ ਉਡਾਉਂਦੇ ਹੋ ਸ਼ੌਕੀਨ ਹੋ, ਕਬੂਤਰ ਤੁਹਾਡਾ ਕੋਈ ਡਿੱਗਿਆ ਹੋਵੇ, ਕੋਈ ਪੱਟੀ ਬਟਨ ਦੇ ਰਹੇ ਕਬੂਤਰ ਲੋਕਾਂ ਨੇ ਇਸ ਕਲਰ ਦੇ ਬਹੁਤ ਸਾਰੇ ਲੋਕਾਂ ਨੇ ਤਿਆਰ ਕਰ ਲਏ ਨੇ, ਹੋ ਸਕਦਾ ਇਹਨਾਂ ਤੋਂ ਵੀ ਬਹੁਤ ਅੱਛੇ ਤਿਆਰ ਕਰਤੇ ਹੋਣ। ਠੀਕ, ਲੇਕਿਨ ਇਹ ਖੂਨ ਨਹੀਂ ਹੈ ਉਹਨਾਂ ਕੋਲ, ਇਹ ਬਲੱਡ ਲਾਈਨ ਨਹੀਂ ਹੈ। ਠੀਕ, ਕ੍ਰਾਸ ਤੋਂ ਕ੍ਰਾਸ ਅੱਗੇ ਕਰੀ ਜਾ ਰਹੇ ਨੇ। ਨਹੀਂ ਬਲੱਡ ਲਾਈਨ ਦਾ ਵੇਖੋ ਨਾ ਅੱਜ ਕੱਲ੍ਹ ਮੈਂ ਅਕਸਰ ਦੋਸਤ ਦੇਖਦਾ ਹੁੰਦਾ ਮੀਡੀਆ ਦੇ ਉੱਤੇ ਬੜਾ ਬਲੱਡ ਲਾਈਨ ਦਾ ਲਫ਼ਜ਼ ਇੱਕ ਇਸਤੇਮਾਲ ਕੀਤਾ ਜਾ ਰਿਹਾ। ਤੁਹਾਡੇ ਵੇਖੋ ਨਾ ਵਾਲਾ ਸਾਹਿਬ ਨੇ, ਉਹਨਾਂ ਦੀ ਉਮਰ ਤਜਰਬਾ ਦੱਸਦਾ ਪਿਆ ਕੋਈ ਕਿੰਨੀ ਦੇਰ ਤੋਂ ਇਸ ਸ਼ੋਬੇ ਨਾਲ ਵਾਪਸਤਾ ਨੇ ਮੁਨਸਲਿਕ ਨੇ। ਹੁਣ ਤੁਹਾਡੀ ਉਮਰ ਮਾਸ਼ਾਅੱਲਾ ਮੇਰੇ ਖਿਆਲ ਥੋੜ੍ਹੀ ਉਮਰ ਹੈ, ਹਲੇ ਨੌਜਵਾਨ ਹੋ ਤੁਸੀਂ ਬਲੱਡ ਦੀ ਗੱਲ ਕਰੋ, ਤੁਹਾਡੀ ਕਿਸੇ ਨੇ ਗੱਲ ਸੁਣਨੀ। ਹੁਣ ਅਗਲੇ ਦੀ ਉਮਰ ਕੀ ਹਾਲੇ ਇਹ 15-20 ਸਾਲ ਦਾ ਬਲੱਡ ਲਾਈਨ ਦਾ ਹੋਵੇ ਕਿ ਅਗਰ ਤੁਹਾਡੇ ਨਰ ਜਾਂ ਮਾਦੀ ਹੈ, ਥੋੜ੍ਹੀ ਦੇਰ ਤੱਕ ਬਲੱਡ ਲਾਈਨ ਉਹੀ ਤਾਂ ਭੁੱਲ ਜਾਂਦੇ ਹਾਂ। ਫਰਜ਼ ਕਰੋ ਕਿ ਆਮ ਬੰਦਾ ਵੇ, ਉਹਦਾ ਕਬੂਤਰ ਇੱਕ ਉੱਡਦਾ ਬੜਾ ਅੱਛਾ ਆਊਟ ਕਲਾਸ ਉੱਡਦਾ, ਹਰ ਮੌਸਮ ਬੱਦਲ ਨੇਰੀ ਬਾਰਿਸ਼ ਹੀ ਉੱਡ ਕੇ ਆਉਂਦਾ। ਉਸੇ ਦੌਰਾਨ ਹੀ ਨਾਲ ਉਹਦੀ ਮਾਦੀ ਹੁੰਦੀ ਇੱਕ, ਮਸਲੇ ਇੱਕ ਛੱਤ ਦੇ ਨਰ ਮਾਦੀ ਨੇ, ਉਹ ਆਊਟ ਕਲਾਸ ਰਿਜ਼ਲਟ ਦੇ ਮਾਲਕ ਨੇ, ਬਾਜ਼ੀਆਂ 'ਚ ਉੱਡਦੇ ਨੇ। ਅਗਰ ਉਹ ਪੇਅਰ ਅਪ ਕਰਦੇ ਨੇ, ਉਹ ਜੋੜੇ ਨੂੰ ਅੱਗੇ ਲਾ ਕੇ ਵਧਾਉਂਦੇ ਨੇ ਤੇ ਉਹ ਖੁਦ ਕਫੀਲ ਬਣ ਸਕਦੇ ਨੇ ਕਿ ਬਜਾਏ ਕਿ ਉਹ ਪੈਸਿਆਂ ਦੇ ਬੋਰੀਆਂ ਲੈ ਕੇ ਤੇ ਬਲੱਡ ਲੱਭਣ ਨੂੰ ਲੱਗੇ ਫਿਰਨ। ਉਹੀ ਬਣ ਸਕਦੇ ਕਿਉਂ ਜੀ, ਮੇਰੇ ਖਿਆਲ ਦੇ ਨਾਲ ਨਾ ਮੈਂ ਤੁਹਾਨੂੰ ਕਹਿਣਾ ਕਿ ਮੇਰੇ ਮੁਤਾਬਕ ਜਿਹੜਾ ਅਸੀਂ ਵੀ ਸ਼ੌਕੀਨ ਹਾਂ, ਤੁਸੀਂ ਵੀ ਸ਼ੌਕੀਨ ਹੋ। ਅੱਛਾ, ਆਪਣਾ ਕਬੂਤਰ ਕੋਈ ਦਿੰਦਾ ਨਹੀਂ ਬੰਦਾ, ਭਾਵੇਂ ਜਿੰਨਾ ਮਰਜ਼ੀ ਪੈਸੇ ਦੇ ਦਿਓ, ਜੇ ਤਾਂ ਸ਼ੌਕੀਨ ਹੈ। ਕੋਈ ਜ਼ਰੂਰਤਮੰਦ ਹੋਏ ਤਾਂ ਕੋਈ ਮਜਬੂਰੀ ਨਾ ਹੋਵੇ, ਕੋਈ ਅਜ਼ਮਾਇਸ਼ ਪਾਈਏ ਬੰਦੇ ਨੂੰ, ਕੋਈ ਪਾਰਾ ਵੇਲਾ ਕੋਈ ਬੰਦਾ ਸੇਲ ਕਰ ਦਿੰਦਾ, ਕੋਈ ਚੋਰੀ ਚੁੱਕ ਲੈਂਦਾ। ਮੇਰੀ ਗੱਲ ਨੂੰ ਫਾਲੋ ਕਰਦੇ ਹੋਵੇ। ਮੈਂ ਵੀ ਵੇਖਣਾ ਇੰਨੀ ਦੇਰ ਮੀਡੀਆ 'ਤੇ ਕੰਮ 'ਤੇ ਕਰਨੇ ਆ, ਜਿਹੜੇ ਸ਼ੌਕੀਨ ਬੰਦੇ ਨੇ ਮਰਨੋਂ ਮਰ ਜਾਂਦੇ ਨੇ, ਆਪਣਾ ਕੋਈ ਅੱਛਾ ਕਬੂਤਰ ਨਹੀਂ ਦਿੰਦੇ। ਤੁਸੀਂ ਖੋਹ ਸਕਦੇ ਹੋ, ਚੋਰੀ ਕਰ ਸਕਦੇ ਹੋ, ਇਸ ਸੂਰਤ 'ਚ ਨਾ ਤੁਹਾਡੇ ਕੋਲ ਆ ਜਾਣਾ। ਕਹਿਣ ਦਾ ਮਕਸਦ ਹੈ ਕਿ ਮੀਡੀਆ 'ਤੇ ਵੇਖੋ ਤੁਸੀਂ ਦੇਖਦੇ ਹੋ ਗੱਲਾਂ, ਮੇਰਾ ਮਕਸਦ ਹਮੇਸ਼ਾ ਥੋੜ੍ਹਾ ਨਾ ਮੇਰੀ ਉਹ ਜਿਹੜੀ ਤਬੀਅਤ ਹੈ ਨਾ,
ਇੱਕ ਲਫ਼ਜ਼ ਇੰਗਲਿਸ਼ ਵਿੱਚ ਇਸਤੇਮਾਲ ਕਰੀਦਾ ਰੈਬਲ, ਰੈਬਿਲੀਅਨਸ ਹੁੰਦੇ ਨੇ ਬਗਾਵਤ ਕਰਨ ਵਾਲੇ। ਸਾਰਾ ਜ਼ਮਾਨਾ ਇੱਕ ਪਾਸੇ ਟੁਰੀ ਆਉਂਦਾ ਸੀ ਵੀ ਭੱਜੀ ਆਉਂਦੇ ਆ ਜੀ, ਬਲੱਡ ਲਾਈਨ। ਕੀ ਬਲੱਡ ਲਾਈਨ ਨੂੰ ਅਸੀਂ ਕਹਿ ਸਕਦੇ ਹਾਂ? ਵੇਖੋ ਨਾ ਤੁਹਾਡੇ ਹੱਥ ਦੇ ਵਿੱਚ ਕਬੂਤਰ ਨੇ, ਤੁਹਾਡੇ ਵਾਲਾ ਸਾਹਿਬ ਨੇ, ਉਹਨਾਂ ਦਾ ਮਿਹਨਤ ਦੀ ਉਮਰ ਹੈ, ਤਜਰਬਾ ਹੈ, ਤੁਸੀਂ ਉਹਨੂੰ ਮਹਿਫੂਜ਼ ਕੀਤਾ ਹੈ। ਤੁਸੀਂ ਮੁਹਤਾਜ ਨਹੀਂ ਕਬੂਤਰਾਂ ਦੇ, ਤੁਹਾਡੇ ਕੋਲ ਇਹ ਨਹੀਂ ਮੁੱਕਣੇ। ਇਹ ਤੁਹਾਡੇ ਕੋਲ ਕਬੂਤਰ ਲੈ ਜਾਣ। ਵੇਖੋ ਤੁਹਾਡੇ ਵਾਲਾ ਸਾਹਿਬ ਦੀ ਮਿਹਨਤ, ਤਜਰਬਾ, ਮਿਹਨਤ, ਰਿਆਜ਼ਤ ਹੈ, ਉਹ ਤੁਹਾਨੂੰ ਕਿਤੇ ਹੋਰ ਛੱਤ ਤੇ ਮੈਂ ਜਾ ਕੇ ਬਿਠਾ ਦਿਆਂ ਕੁਝ ਨਾਲੇ ਜਾ ਕੇ। ਮੈਂ ਜਾਫਰ ਗਨੀ ਸਾਹਿਬ, ਤੁਸੀਂ ਇੱਥੇ ਆਪਣੀ ਪਰਫਾਰਮੈਂਸ ਵਿਖਾਓ। ਮਜ਼ਾ ਤੇ ਤਦ ਤੁਸੀਂ ਤਾਂ ਪਰਫਾਰਮੈਂਸ ਕਰੋ। ਪਰਫਾਰਮੈਂਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਆਲਰੇਡੀ ਪਹਿਲੇ ਹੀ ਮੇਰੇ ਵਾਲਦ ਸਾਹਿਬ ਨੇ ਮੁਖਤਲਿਫ ਛੱਤਾਂ ਤੇ ਜਾ ਕੇ ਦਿਖਾ ਕੇ ਹਾਂ, ਨਹੀਂ ਵੇਖੋ ਨਾ, ਮੈਂ ਕਬੂਤਰ ਕੋਈ ਵੀ ਹੋਵੇ ਹਾਂਜੀ ਉਡਾਣਾ ਹੀ ਕਮਾਲ ਹੈ। ਬਿਲਕੁਲ ਮੇਨ ਚੀਜ਼ ਇਹ ਹੈ, ਮੈਂ ਮਕਸਦ ਤੁਹਾਡਾ ਲੱਖ ਕਬੂਤਰਾਂ ਰਿਲੇਟਡ ਸਵਾਲ ਸੀ, ਮੈਂ ਇਸ ਲਈ ਗੱਲ ਓਵਰਆਲ ਗੱਲ ਕਰ ਲਓ। ਨਹੀਂ, ਓਵਰਆਲ ਗੱਲ ਕਰ ਤੁਹਾਡੇ ਤੇ ਗੱਲ ਕਰੀਏ ਤਾਂ ਲੋਕਾਂ ਕੋਲ ਇਸ ਕਲਰ ਮੌਜੂਦ ਜ਼ਰੂਰ ਹੈ, ਹਾਂਜੀ, ਲੇਕਿਨ ਉਹਨਾਂ ਕੋਲ ਜਿਹੜੇ ਮੇਰੇ ਵਾਲਦ ਸਾਹਿਬ ਨੇ ਕਬੂਤਰ ਤਿਆਰ ਕੀਤੇ ਨੇ ਉਸ ਦੇ ਲੈਵਲ ਦੇ ਕਬੂਤਰ ਨਹੀਂ ਹੈ ਉਹਨਾਂ ਕੋਲ। ਲੱਖ ਕਲਰ ਜ਼ਰੂਰ ਹੈ ਉਹਨਾਂ ਕੋਲ, ਲੇਕਿਨ ਉਹਨਾਂ ਨੇ ਸਾਰਾ ਜੋ ਪੂਰੇ ਪਾਕਿਸਤਾਨ 'ਚ ਚੱਲ ਰਿਹਾ ਹੈ, ਨਾਮ ਚੌਧਰੀ ਸਕੀ ਸਾਹਿਬ ਦਾ ਚੱਲ ਰਿਹਾ ਹੈ, ਮੀਆਂ ਨਜ਼ੀਰ ਸਾਹਿਬ ਦਾ, ਉਹਨਾਂ ਨੇ ਉਹ ਸਾਰੇ ਕਬੂਤਰ ਉਹ ਕ੍ਰਾਸ ਕਰਕੇ ਉਹਨਾਂ ਦਾ ਬਲੱਡ ਉਹ ਚਲਾ ਗਿਆ, ਲੇਕਿਨ ਕਲਰ ਇਹੀ ਚੱਲਦਾ ਪਿਆ ਲੱਖ। ਅੱਛਾ, ਮੇਰੀ ਰਿਸਰਚ ਦੇ ਮੁਤਾਬਕ ਇਹ ਜਿਹੜਾ ਕਬੂਤਰ ਵਾਹਦ ਨੇ ਆਇਆ, ਇਹਨਾਂ ਨਾਲ ਤੁਸੀਂ ਕਾਲੀ ਲਾਣੀ ਹੈ, ਇਹਨਾਂ ਆਪਣਾ ਰੰਗ ਕੱਢਣਾ ਹੈ। ਜਾਲਦਾਰ ਲਾਓਗੇ ਆਪਣਾ ਰੰਗ ਕੱਢਣਗੇ, ਕਾਲਾ ਲਾਓਗੇ ਆਪਣਾ ਰੰਗ ਕੱਢਣਗੇ। ਇਹ ਆਪਣਾ ਰੰਗ ਤੋੜਦੇ ਨੇ। ਕੀ ਇਹ ਗੱਲ ਠੀਕ ਹੈ? ਬਿਲਕੁਲ, ਇਹ ਆਪਣਾ ਰੰਗ ਨਹੀਂ ਛੱਡਣਗੇ। ਜੇ ਵਾਹਦ ਨਸਲ ਦੂਸਰੇ ਵੀ ਕਬੂਤਰ ਨੇ ਚੱਪੜੇ ਨੇ, ਲੇਕਿਨ ਅੱਜ ਕੱਲ੍ਹ ਦੇ ਮੌਜੂਦਾ ਫੈਸ਼ਨੀ ਕਬੂਤਰਾਂ 'ਚ ਇਹ ਗੱਲਾਂ ਨਹੀਂ ਹੈ। ਜਦੋਂ ਨਸਲ ਨਾਲ ਕ੍ਰਾਸ ਕਰਦੇ ਨੇ ਨਾ, ਕਿਉਂਕਿ ਮੇਰੇ ਕੋਲ ਵੀ ਕਬੂਤਰ ਨੇ ਇਸ ਬਲੱਡ ਲਾਈਨ ਦੇ ਵਿੱਚ ਕਬੂਤਰ ਆਪਣੇ ਸੁਨਹਿਰੀ ਦਾ ਮੈਂ ਨਾਮ ਦਿੱਤਾ, ਕਿਉਂਕਿ ਇਹਨਾਂ ਕਬੂਤਰਾਂ ਨੂੰ ਤੁਸੀਂ ਬਣਾਏ ਨੇ ਮੁਖਤਲਿਫ ਮਾਦੀਆਂ ਨਾਲ ਲਾਈਦਾ। ਕਾਲੀ ਨਾਲ ਵੀ ਲਾ ਦਿੱਤਾ ਤੇ ਨਾ ਆਪਣਾ ਬੱਚਾ ਲੱਖਾਂ ਜ਼ਰੂਰ ਕੱਢਦਾ। ਇਹ ਇੱਕ ਸਮਝਦੇ ਹੋ ਕਿ ਖਾਸ ਕੁਆਲਿਟੀ ਇਸ ਕਬੂਤਰ ਇਹਨਾਂ 'ਚ ਖਾਸ ਕੁਆਲਿਟੀ ਹੈ, ਇਹ ਆਪਣਾ ਕਲਰ ਨਹੀਂ ਛੱਡਦੇ। ਠੀਕ, ਤੁਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਕ੍ਰਾਸ ਕਰ ਦਿੱਤਾ ਜਾਵੇ ਨਾ ਜੀ, ਤੁਸੀਂ ਇਹਨਾਂ ਨੂੰ ਇੱਕ ਕਾਲੀ ਮਾਦੀ ਨਾਲ ਅਟੈਚ ਕੀਤਾ, ਬੱਚਾ ਲੱਖਾਂ ਨਿਕਲਿਆ। ਉਹਨੂੰ ਫਿਰ ਇੱਕ ਚੀਨੀ ਮਾਦੀ ਨਾਲ ਲਗਾਤਾ, ਬੱਚਾ ਫਿਰ ਲੱਖਾਂ ਨਿਕਲਿਆ। ਉਹਨੂੰ ਅਗਰ ਤੁਸੀਂ ਸਫੇਦ ਮਾਦੀ ਨਾਲ ਲਗਾ ਦੋ, ਬੱਚਾ ਫਿਰ ਲੱਖਾਂ ਨਿਕਲ ਆਏਗਾ। ਕਿਤਨੇ ਕ੍ਰਾਸ ਖਾ ਗਿਆ, ਲੇਕਿਨ ਉਹਨੇ ਬੈਕ ਦਾ ਆਪਣਾ ਕਲਰ ਲੱਖਾਂ ਨਹੀਂ ਛੱਡਦਾ। ਇਹ ਕਲਰ ਨਿਕਲਦਾ ਇਹਨਾਂ। ਇਸ ਗੱਲ ਤੇ ਤੁਸੀਂ ਕਦੇ ਗੌਰ ਕੀਤਾ? ਇਹ ਬਸ ਨਸਲ ਚੱਲਦੀ ਆ ਰਹੀ ਹੈ। ਨਹੀਂ ਵੇਖੋ ਨਾ, ਹੁਣ ਇਹ ਵੀ ਇੱਕ ਨਸਲ ਦੀ ਖਸੂਸੀਅਤ ਹੈ। ਮੈਂ ਬਜ਼ੁਰਗ ਉਸਤਾਦਾਂ ਨੂੰ ਬੜਿਆਂ ਨੂੰ ਪੁੱਛਿਆ ਸੀ, ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਹੈ ਇਸ਼ਫਾਕ ਭਾਈ, ਕਿ ਅਗਰ ਜਿਹੜਾ ਕਲਰ ਬੱਚਾ ਨਿਕਲਦਾ ਹੈ ਨਾ, ਜਿਹੜਾ ਲੱਖਾਂ ਕਲਰ ਨਹੀਂ ਨਿਕਲਦਾ, ਉਹ ਰੰਗ 'ਚ ਨਿਕਲਦਾ, ਉਹਨੂੰ ਅਗਰ ਤੁਸੀਂ ਰੰਗਦਾਰ ਨਹੀਂ ਅਟੈਚ ਕਰੋ, ਚਾਹੇ ਇਸੇ ਬਲੱਡ ਲਾਈਨ ਦਾ ਹੀ ਹੋਏ, ਉਹ ਲੱਖੇ ਨਹੀਂ ਕੱਢੇਗਾ, ਉਹ ਰੰਗਦਾਰ ਹੀ ਕੱਢੇਗਾ। ਮਸਲਾ ਗੋ ਫਰਜ਼ ਕਰੋ ਇਹਨਾਂ ਕੋਈ ਗੋਲਡਨ ਜਾਂ ਕੋਈ ਹੋਰ ਨਸਲ। ਮੈਂ ਗੱਲ ਕਰਦਾ ਕਿ ਤੁਸੀਂ ਇੱਕ ਜੋੜਾ ਲਗਾਇਆ, ਉਹ 'ਚ ਬੱਚਾ ਨਿਕਲਿਆ ਸਲਾਰਾ, ਕਾਲੇ ਪੱਲੇ, ਠੀਕ, ਇੱਕ ਬੱਚਾ ਨਿਕਲ ਆਇਆ ਸ਼ਾਸਰਾ ਕਲਦੁੰਬਾ, ਬਿਲਕੁਲ ਉਹਦੇ ਪੱਲੇ ਕਾਲੇ ਨਹੀਂ ਹੈ, ਲੇਕਿਨ ਤੁਸੀਂ ਇੱਕ ਵਕਤ ਦੇਖਿਆ ਕਿ ਉਹਨਾਂ ਨੂੰ ਜੋੜਾ ਲਗਾ ਦਈਏ, ਇੱਕ ਨਰ ਨਿਕਲਿਆ, ਇੱਕ ਮਾਦੀ ਨਿਕਲੀ, ਤੁਸੀਂ ਉਸ ਨੂੰ ਆਪਸ 'ਚ ਜੋੜਾ ਲਗਾ ਦਿੱਤਾ। ਹਾਂਜੀ, ਬਜ਼ਾਤੇ ਕੋਈ ਇੱਕ ਥਰਡ ਪਾਰਟੀ ਦਾ ਬੰਦਾ ਆਇਆ, ਤੁਸੀਂ ਉਹਨੂੰ ਨਹੀਂ ਦੱਸਦੇ ਕਿ ਇਹ ਕਿਸ ਨਸਲ ਤੋਂ ਹੈ। ਉਹਦੇ ਵਾਸਤੇ ਆਮ ਕਬੂਤਰ ਹੈ। ਹਾਂਜੀ, ਆਮ ਦੂਸਰੇ ਕਬੂਤਰ ਜਿਹੜੇ ਆ ਰਹੇ ਨੇ, ਚਾਹੇ ਉਹ ਚੋਈ ਸਕੀ ਸਾਹਿਬ ਕੋਈ ਜਾਂ ਮੀਆਂ ਸਾਹਿਬ ਕੋ ਆਏ, ਕਿਸੇ ਦੇ ਵੀ ਹੋਣ, ਤੁਸੀਂ ਕੋਈ ਵੀ ਹੋਣ, ਉਹਨਾਂ ਨੂੰ ਤੁਸੀਂ ਆਪਸ 'ਚ ਜਦੋਂ ਕ੍ਰਾਸ ਕਰ ਦਿੱਤਾ, ਉਹਨਾਂ ਦੇ ਬੱਚੇ ਲੱਖੇ ਨਹੀਂ ਨਿਕਲਨੇ, ਉਹ ਨਿਕਲਨੇ ਫਿਰ ਦੂਸਰੇ ਕਲਰਾਂ ਦੇ, ਸਲਾਰਾ, ਚੀਨਾ, ਚਪੜਾ, ਕੋਈ ਹੋਰ ਕਲਰ ਦੇ ਨਿਕਲਣੇ ਸ਼ੁਰੂ ਹੋ ਜਾਣ। ਠੀਕ, ਇਹ ਤਜਰਬਾ ਤੁਸੀਂ ਕੀਤਾ ਹੈ? ਬਿਲਕੁਲ। ਤੇ ਇਹ ਤੁਹਾਡੇ ਹੱਥ ਹੀ ਕਬੂਤਰ ਨੇ, ਤੁਸੀਂ ਕੀ ਇਹਨਾਂ ਦੇ ਮੁਤਲਕ ਆਪਣੀ ਰਾਏ ਦਿਓਗੇ? ਜਦ ਤੱਕ ਮੈਂ ਇਹਨਾਂ ਨੂੰ ਤਕਰੀਬਨ 8-9 ਸਾਲ ਹੋ ਗਏ ਨੇ ਮੇਰੇ ਸ਼ੌਕ ਦੇ ਵਿੱਚ, ਮੈਂ ਇਹਨਾਂ ਦੀ ਪਰਫਾਰਮੈਂਸ ਹਮੇਸ਼ਾ ਬਿਹਤਰ ਤੋਂ ਬਿਹਤਰ ਹੀ ਦੇਖੀ ਹੈ। ਔਰ ਬਾਜ਼ ਕਾ ਤੇ ਇਹਨਾਂ ਕਬੂਤਰਾਂ ਦੀ ਵਜ੍ਹਾ ਤੋਂ ਅਸੀਂ ਪਹਿਲੀ ਪੋਜੀਸ਼ਨ ਦੀ ਪਕੜ ਦੀ ਹੋਣ ਦੀ ਵਜ੍ਹਾ ਤੋਂ ਵੀ ਪਿੱਛੇ ਆਏ ਹਾਂ। ਉਹਦੀ ਵਜ੍ਹਾ ਕਿ ਕਬੂਤਰ ਅਕਸਰ ਇਤਨੀ ਕੜਵਾਹਟ ਖਾਂਦੇ ਨੇ, ਆਪਸ ਦੇ ਵਿੱਚ ਅੜ ਜਾਂਦੇ ਨੇ ਕਿ ਬੈਠਦੇ ਨਹੀਂ ਹੈ, ਰਾਤ ਨੂੰ ਇਹਨਾਂ ਦਾ ਬੈਠਣਾ ਮੁਸ਼ਕਿਲ ਹੋ ਜਾਂਦਾ। 3 ਤੋਂ 4 ਸੀਜ਼ਨ, 3 ਸੀਜ਼ਨ ਤਾਂ ਮੈਂ ਐਸੇ ਦੇਖੇ ਹੋਏ ਨੇ ਕਿ ਜਿਨ੍ਹਾਂ ਵਿੱਚ ਅਸੀਂ ਪਹਿਲੇ 2 ਦਿਨ 3 ਦਿਨ ਪਹਿਲੀ ਪੋਜੀਸ਼ਨ 'ਤੇ ਜਾ ਰਹੇ ਹਾਂ ਔਰ ਬਾਅਦ 'ਚੋਂ ਪੋਜੀਸ਼ਨ ਪਿੱਛੇ ਚਲੇ ਜਾਂਦੇ। ਉਹਦੀ ਵਜ੍ਹਾ ਕਿ ਸਾਡੇ ਕਬੂਤਰ ਉਸ ਟਾਈਮ ਨਹੀਂ ਬੈਠਦੇ ਕਿ ਰਾਤ ਹੈ। ਇਹਨਾਂ 'ਚ ਜਾਫਰ ਭਾਈ ਕੋ 2-3 ਪੁਆਇੰਟਸ ਨੇ, ਦੇਖੋ ਨਾ ਦੋਸਤ, ਇਹ ਵੇਖੋ ਨਾ ਕਿਸੇ ਨਾ ਕੋਈ ਅਗਰ ਕੋਈ ਸ਼ੌਕ ਨਾਲ ਦੇਖਦਾ ਪਿਆ ਨਾ, ਉਹਨਾਂ ਦੇ ਇਹ ਮਸਲੇ ਕਿ ਕੋਈ ਅੱਛੀ ਗੱਲ ਦੇਖੀਏ। ਜੀ, ਇੱਕ ਕਬੂਤਰ ਹੈ ਲਾਈਟ ਵੇਟ ਜੀ, ਦੂਸਰੇ ਕਬੂਤਰਾਂ ਨਸਲਾਂ ਨਾਲ ਇਹਨਾਂ ਦੇ ਮੁਨਫਰਦ ਦੀ ਗੱਲ, ਮੁਨਫਰਦ ਚੀਜ਼ ਇਹਨਾਂ ਦੀ ਇਹ ਹੈ ਜੀ ਕਿ ਕਬੂਤਰ ਆਪਣੇ ਆਪ ਨੂੰ ਰਿਕਵਰ ਬਹੁਤ ਜਲਦੀ ਕਰਦੇ। ਬਿਲਕੁਲ, ਲਾਈਟ ਵੇਟ ਤੋਂ ਇਲਾਵਾ ਇਹ ਕਬੂਤਰ ਦਾਣਾ ਪਾਣੀ ਦੇ ਨਾਲ ਬਹੁਤ ਛੋੜਦੇ ਨੇ, ਰਿਕਵਰ ਬਹੁਤ ਜਲਦੀ ਕਰਦੇ ਨੇ। ਔਰ ਜਿਹੜਾ ਦੋਸਤ ਇਹਨਾਂ ਉੱਤੇ ਖੇਲ ਪਾਣੀ ਅਜ਼ਮਾਉਂਦੇ ਨੇ ਨਾ, ਇਸ ਖੇਲ ਪਾਣੀ ਨੂੰ ਬਰਦਾਸ਼ਤ ਕਰਦੇ ਨੇ। ਇਹਨਾਂ ਦੇ ਅੰਦਰ ਕੂਵਤ ਤੇ ਬਰਦਾਸ਼ਤ ਜ਼ਿਆਦਾ ਹੈ। ਇਸ ਟਰਮ ਨੂੰ ਅਸੀਂ ਦੂਸਰੇ ਤਰੀਕੇ ਨਾਲ ਅਸੀਂ ਕਹਿੰਦੇ ਕਿ ਰੇਸ ਤੇ ਬ੍ਰੇਕ। ਹਾਂਜੀ, ਮਸਲਨ ਇਹਨਾਂ ਨੂੰ ਦੂਸਰਾ ਗੇਅਰ ਲਾਣਾ ਤੇ ਇਹਨਾਂ ਦੂਸਰਾ ਵਹਾਣਾ ਗੇਅਰ, ਫਸਟ ਲਾਣਾ ਹੈ, ਜਿਵੇਂ ਗੱਡੀ ਦਾ ਗੇਅਰ ਨਹੀਂ ਬਦਲੀਦਾ ਚਾਹੁੰਦੇ ਉਸ ਤਰ੍ਹਾਂ ਚੱਲਣਗੇ। ਇਹ ਗੱਲ ਨੂੰ ਮੰਨਦੇ ਨੇ। ਕਿਉਂ ਜੀ? ਇਹ ਦਾਣਾ ਪਾਣੀ ਤੇ ਜ਼ਿਆਦਾ ਉੱਡਦੇ ਨੇ। ਹੁਣ ਫਰਜ਼ ਕਰੋ ਅਗਰ
40 ਟੈਂਪਰੇਚਰ ਤੋਂ 45 ਤੇ ਟੁਰ ਗਏ ਨੇ, ਤੇ ਤੁਸੀਂ ਅਗਰ ਨਹੀਂ ਇਹਨਾਂ ਨੂੰ ਸ਼ਾਮ ਤੇ ਲਿਜਾਣਾ ਚਾਹੀਦਾ, ਤੁਹਾਨੂੰ ਪਤਾ ਹੈ ਕਿ ਹੁਣ ਮੌਸਮ ਬਦਲ ਗਿਆ ਹੈ, ਤੁਸੀਂ ਇਹਨਾਂ ਨੂੰ ਸਾਦੇ ਅਗਰ ਆਪਣਾ ਸਾਦਗੀ ਨਾਲ ਛੱਡ ਦਿੰਦੇ ਹੋ, ਨਹੀਂ ਦਾਣਾ ਪਾਣੀ ਖੇਲ ਪਾਣੀ ਕਰਦੀ ਹੈ, ਫਿਰ ਵੀ ਕਬੂਤਰਾਂ ਘਰ ਹੀ ਬੈਠਦੇ। ਇਹਨਾਂ ਦੀ ਸਭ ਤੋਂ ਜਿਹੜੀ ਮੁਨਫਰਦ ਚੀਜ਼ ਹੈ ਨਾ, ਜਿਨ੍ਹਾਂ ਦੀ ਪਾਗਲਪਨ ਨਹੀਂ ਹੈ, ਇਹਨਾਂ ਦੀ ਵਾਪਸੀ ਹੈ। ਬਿਲਕੁਲ ਇਹ ਬੇਤਹਾਸ਼ਾ ਜ਼ੋਰ ਨਹੀਂ ਲਗਾਉਂਦੇ। ਹਾਂਜੀ, ਜੇ ਦੂਸਰੀ ਨਸਲਾਂ 'ਚ ਕਬੂਤਰ ਲਾਉਂਦੇ ਨਸਲਾਂ ਨੇ, ਦੇ ਕਬੂਤਰ ਜਿਹੜੇ ਨੇ ਉਹਨਾਂ ਨੇ ਇੱਕ ਰੂਟੀਨ ਫੜ ਲਈ ਹੁੰਦੀ ਹੈ ਕਿ ਜ਼ੋਰ ਲਾ ਕੇ ਬੈਠਣਾ ਜਾਂ ਆਪ ਨਹੀਂ ਜਾਂ ਅਗਲਾ ਨਹੀਂ। ਬਿਲਕੁਲ ਉਹ ਮਾਲਕ ਅਡੀਕਦਾ ਹੀ ਰਹਿ ਜਾਂਦਾ, ਵਿਚਾਰੇ ਘਰ ਨਹੀਂ ਆਉਂਦੇ। ਇਹਨਾਂ ਨੇ ਵਾਪਸੀ ਕਰ ਲੈਣੀ ਹੈ। ਅਗਰ ਇਹਨਾਂ ਦੀ ਖਰਾਬੀ ਆ ਗਈ ਨਾ ਜੀ, ਟਾਈਮ ਇਹਨਾਂ ਥੋੜਾ ਚਾਹੇ ਆਪਣਾ ਘਟਾ ਜਾਣ, ਲੇਕਿਨ ਘਰ ਵਾਪਸੀ ਕਰ ਜਾਣੀ ਇਹਨਾਂ ਨੇ। ਪਾਗਲਪਨ ਸੀ ਕਹਿ ਰਿਹਾ ਕਿ ਉਹ ਨਹੀਂ ਪਾਗਲਪਨ ਨਹੀਂ ਹੈ ਹੈ, ਜੋ ਮੈਂਟਲ ਕਬੂਤਰ ਨਾ ਹੁੰਦੇ ਨਾ ਨੇ। ਉਹ ਕੋਈ ਕਿਸਮ ਨਹੀਂ ਹੈ। ਕਈ ਦੋਸਤ ਬੜਾ ਫਖਰ ਸਮਝ ਲਓ ਜੀ, ਸਾਡਾ ਬੱਦਲ ਨਾ ਹੁੰਦੇ, ਹਨੇਰੀ ਨਾ ਪੈਂਦੀ, ਸਾਡੇ ਕਬੂਤਰ ਘਰ ਹੀ ਬਹਿਣੇ ਹਨ। ਇਹ ਮੌਸਮ ਚਾਹੇ ਚੇਂਜ ਹੋ ਜਾਏ, ਕਬੂਤਰ ਫੌਰਨ ਜ਼ਾਹਰ ਹੋ ਜਾਂਦੇ ਨੇ। ਮੌਸਮ ਚੇਂਜ ਹੋ ਕਬੂਤਰ ਤੋਂ ਕਿ ਹਰ ਰੰਗ ਤੇ ਹਰ ਨਸਲ ਦੇ ਕਬੂਤਰ ਉੱਡਣਾ ਚਾਹੀਦਾ, ਐਵੇਂ ਕਬੂਤਰ ਵੀ ਪ੍ਰਵਾਸੀ ਹੋਵੇ ਜਿਹੜਾ ਹਰ ਮੌਸਮ ਇਹਨਾਂ ਦੀ ਦੀ ਵਾਪਸੀ ਸਭ ਤੋਂ ਕਰੇ। ਜਿਹੜੀ ਇੱਕ ਅੱਛੀ ਕੁਆਲਿਟੀ ਸੀ ਦੇਖਦੇ ਨਾ ਜੀ, ਇਹ ਕਬੂਤਰ ਸ਼ਾਮ ਟਾਈਮ ਜਿਸ ਟਾਈਮ ਮਗਰਬ ਤੋਂ ਥੋੜਾ ਟਾਈਮ ਰਹਿ ਜਾਂਦਾ, ਕਬੂਤਰ ਆਪਣੇ ਆਪ ਨੂੰ ਸ਼ੋਅ ਕਰ ਜਾਂਦੇ। ਅਕਸਰ ਉਹ ਮਗਰਬ ਦੇ ਦਰਮਿਆਨ ਇਹ ਸਾਹਮਣੇ ਇਹਨਾਂ ਨੇ ਲਾਜ਼ਮੀ ਆ ਜਾਣਾ। ਉਸ ਤੋਂ ਬਾਅਦ ਇਹ ਬੈਠਣ ਜਾਂ ਨਾ ਬੈਠਣ ਉਹ ਮਾਲਕ ਦੀ ਨਸੀਬ ਨੇ, ਕਿ ਅਗਰ ਉਹ ਕਬੂਤਰ ਨਹੀਂ ਬੈਠਦੇ ਰਾਤ ਨੂੰ, ਅੰਧੇਰੇ ਦੇ ਨਹੀਂ ਲੱਗੇ ਹੋਏ, ਤੇ ਫਿਰ ਸਾਰੀ ਗੱਲ ਨਹੀਂ ਬੈਠਣਾ। ਜਿਨ੍ਹਾਂ ਦੇ ਲੱਗ ਚੁੱਕੇ ਉਹਨਾਂ ਦੇ ਫਿਰ ਇਹ ਬੜੇ ਤਸੱਲੀ ਨਾਲ ਆ ਕੇ ਬੈਠਦੇ ਰਹੇ ਨੇ। ਦੋਸਤ ਪੁੱਛ ਰਹੇ ਨੇ ਬਈ ਜੀ ਇਹਨਾਂ ਦੀ ਹਿਸਟਰੀ ਕੀ ਹੈ, ਕਿਉਂ ਜੀ ਡਾਕਟਰ ਸਾਹਿਬ ਬੜੇ ਦੋਸਤ ਸਵਾਲ ਪੇ ਕਰਦੇ ਨੇ ਕਿ ਇਹਨਾਂ ਦੀ ਕੀ ਤਾਰੀਖ ਹੈ ਕਬੂਤਰਾਂ ਦੀ, ਬਾਇਓਡਾਟਾ ਕਿੰਜ ਬਣੇ ਨੇ ਕਬੂਤਰ, ਜਿਹਨੂੰ ਅਸੀਂ ਹਾਲੇ ਹੁਣ ਹੀ ਜ਼ਿਕਰ ਕਰਦੇ ਉਸ ਉੱਤੇ। ਛੋੜਦਾ ਠੀਕ ਹੈ। ਅੱਛਾ, ਇਹ ਤਕਰੀਬਨ ਅੱਜ ਤੋਂ ਨਾ ਸਨ 77-76 ਦੀ ਗੱਲ ਹੈ। ਹਾਂਜੀ ਇੱਥੇ ਨਾਲ ਇੱਕ ਪਿੰਡ ਹੈ ਫਾਸਲੇ ਵਿੱਚ, ਉਹਨਾਂ ਦੇ ਬੱਚਾ ਜੰਮਦਾ ਸੀ, 6 ਘੰਟੇ ਤੋਂ ਹੋ ਗਏ ਮਰ ਜਾਂਦਾ ਸੀ ਠੀਕ ਮਾਰ ਕੇ। ਮੈਂ ਉਹਨਾਂ ਨੂੰ ਕਿਹਾ ਮੈਂ ਤੇਰੀ ਬਿਜਲੀ ਦਾ ਇਲਾਜ ਕਰਨਾ, ਮੱਝ ਲਾਂਗਾ। ਉਹਨਾਂ ਕਹਿੰਦੇ ਮੱਝਾਂ ਦੋ ਲੈ ਲਿਓ ਤੇ ਸਾਡਾ ਵਿਹੜੇ 'ਚ ਨਾ ਬੱਚਾ ਖੇਡੇ। ਉਹ ਮੈਂ ਟ੍ਰੀ ਧਾਗਾ ਬਣਾ ਕੇ ਦੇ ਦਿੱਤਾ, ਦਵਾਈ ਦੇ ਦਿੱਤੀ, ਅੱਲਾ ਕੀਤਾ, ਬੱਚਾ ਜੰਮ ਪਿਆ। 6 ਘੰਟੇ ਦਾ ਹੋ ਗਿਆ, ਜਿਹੜਾ ਉਹ ਆਖਰੀ ਉਹਨਾਂ ਦਾ ਮੌਕਾ ਸੀ, ਉਹ ਕਹਿੰਦੇ ਰੋਡ ਪਿੱਟਣ ਬੈਠੇ ਮੈਨੇ ਹੁਣੇ ਮਰ ਜਾਣਾ। ਠੀਕ ਕਿੱਸਾ ਮੁਕਤਸਰ ਕੇ ਬੱਚਾ 20 ਦਿਨ ਦਾ ਹੋ ਗਿਆ। ਉਹਨਾਂ ਮੇਰਾ ਵਿਸਰਾ ਲਿਆਦਾ ਬਣਾ ਕੇ, ਉਹਨਾਂ ਕਹਿੰਦੀ ਆਪਣੀ ਮੱਝ ਲੈ ਲਓ। ਮੈਂ ਕਿਹਾ ਨਹੀਂ, ਦੂਸਰਾ ਜੰਮ ਲੈਣ ਦਿਓ। ਦੂਸਰਾ ਬੱਚਾ ਪੈਦਾ ਹੋ ਗਿਆ, ਮੈਂ ਕਹਿੰਦੀ ਹੁਣ ਆਣ ਕੇ ਲੈ ਲਓ। ਮੈਂ ਨਹੀਂ, ਤੀਸਰਾ ਵੀ ਜੰਮ ਲੈਣ ਦਿਓ, 3 ਤੁਹਾਡੇ ਮਰੇ ਆ। ਠੀਕ। ਜਦੋਂ ਤੀਸਰਾ ਆਇਆ ਨਾ, ਫਿਰ ਅਸੀਂ ਮੱਝ ਲੈਣ ਵਾਸਤੇ ਗਏ। ਨਿੱਕਾ ਜਿਹਾ ਉਹਨਾਂ ਦਾ ਖੋਡਾ ਸੀ, ਉਹਦੀ ਕਬੂਤਰੀ ਨਿਕਲ ਆਈ। ਮੈਂ ਕਿਹਾ ਕਬੂਤਰੀ ਲਿਆ ਕੇ ਵਿਖਾਓ। ਮੈਂ ਫੜ ਲਈ। ਇਹਦੀ ਸਿਫਤ ਕੀ ਸੀ, ਜਿੱਥੇ ਉਹ ਮਾਲਕ ਰਹਿੰਦੇ ਸਨ ਉਹਨਾਂ ਦੇ ਨਾਲ ਹੀ ਇੱਕ ਪਿੰਡ ਸੀ ਕਿਲੋਮੀਟਰ ਦੇ, ਉੱਥੇ ਬਾਜੀ ਲੱਗਣੀ ਤੇ ਰਾਤ ਨੂੰ ਉਹਨਾਂ ਲੈ ਜਾਣੀ, ਸਵੇਰੇ ਮੋਹਰ ਲਾ ਕੇ ਛੱਡ ਦੇਣੀ, ਸ਼ਾਮ ਨੂੰ ਉਹਨੇ ਬਹਿਣਾ ਉੱਥੇ ਹੀ। ਆਪਣੇ ਅਸਰ ਘਰ ਨਹੀਂ ਸੀ ਬਹਿੰਦੇ। ਠੀਕ। ਜਦੋਂ ਅਸਰ ਘਰ ਵਾਲਿਆਂ ਦੀ ਬਾਜੀ ਲੱਗਣੀ, ਉੱਥੋਂ ਉਹਨਾਂ ਲੈ ਆਉਣੀ, ਲਿਆ ਕੇ ਖੋਡੇ ਤਾਰ ਕੇ ਸਵੇਰ ਨੂੰ ਮੋਹਰ ਲਾ ਕੇ ਛੱਡਣੀ। ਫਿਰ ਉਹਨੇ ਉੱਧਰ ਨਹੀਂ ਸੀ ਜਾਂਦੀ, ਉਹ ਇੱਧਰ ਜਿੱਥੋਂ ਉੜਦੀ ਸੀ ਉੱਥੇ ਹੀ ਬਹਿੰਦੀ ਸੀ। ਐ ਨਸਲ ਦੀ ਸਿਫਤ ਸੀ, ਜਿੱਥੋਂ ਹੀ ਮੇਰੇ ਕੋਲ ਨਸਲ ਵਧੀ ਹੈ। ਬੰਦੇ ਜਿੰਨੀ ਇਹਨਾਂ ਡੰਗਰ ਆ, ਬਹੁਤ ਕਮਾਲ ਦੇ ਕਬੂਤਰ। ਜੇ ਗਵਾਉਣਾ ਹੈ ਤੇ ਮਾਲਕ ਨੇ ਆਪਣੀ ਗਲਤੀ ਤੋਂ ਗਵਾਉਣਾ, ਉਹਦੇ ਗਵਾਜਦੇ ਨਹੀਂ। ਕੋਈ ਘਾਟੇ ਵਾਧੇ ਨਾਲ ਜਾਂ ਕੋਈ ਬੱਦਲ ਹਨੇਰੀ ਨਾਲ ਨਾ ਕੋਈ ਟੁਰ ਜਾਵੇ। ਹਾਂਜੀ, ਮੈਂ ਕੋਈ ਘਾਟੇ ਵਾਧੇ ਨਾਲ ਬੱਦਲ ਹਨੇਰੀ ਨਾਲ ਤੂਫਾਨ ਕੋਈ ਪੀ ਪੈ ਗਈ, ਰਾਤ ਰਹਿ ਗਿਆ। ਸਵੇਰ ਨੂੰ ਆ ਜਾਂਦੇ। ਠੀਕ। ਬੜੇ ਸਮਝਦਾਰ ਨੇ, ਬੜੀ ਜ਼ਿਆਦਾ ਰਾਤ ਰਹੇ ਨੇ। ਸਾਰੇ ਮੁਲਕ ਨੂੰ, ਸਾਡੇ ਨਨਕਾਣੇ ਨੂੰ ਪਤਾ, ਰਾਤ ਰਹਿ ਜਾਂਦੇ। ਸਵੇਰੇ ਸਵਖਤ ਹੀ 5 ਵਜੇ ਇਹਨਾਂ ਉੱਤੇ ਛੱਤ ਤੇ ਆੜ ਗੋਡਣ ਦਾ ਬਣਾ। ਮਸਲਾ ਕਿ ਜ਼ਾਇਆ ਹੋਣ ਦੀ ਰੇਸ਼ੋ ਬੜੀ ਘੱਟ ਇਹਨਾਂ ਦੀ। ਬਹੁਤ ਘੱਟ, ਜ਼ਿਆਦਾ ਨਹੀਂ ਹੁੰਦੇ। ਠੀਕ। ਹਾਂਜੀ। ਹਾਂ, ਦੇਖਿਆ ਤੁਹਾਡੇ ਕਬੂਤਰ ਹੀ ਮੁਖਤਸਰ ਜਿਹੇ ਨੇ, ਥੋੜੇ ਜਿਹੇ ਕਬੂਤਰ ਨੇ, ਇਹਨੇ ਬੜੀ ਤਾਦਾਦ ਹੈ, ਜਿਹਨੇ ਕੋਈ 400-500 ਨਹੀਂ ਹੈ। ਕਬੂਤਰ ਅਸੀਂ ਨਹੀਂ ਲਾਉਂਦੇ। ਕੰਮ ਦਾ ਜਾਨਵਰ ਹੋਵੇ ਨਾ ਜੀ, ਤੇ ਇਹ ਹੀ ਨਹੀਂ ਮੁੱਕਦੇ। ਹਾਂਜੀ। ਮਾਲਕ ਜਿਹੜਾ ਇਹਨਾਂ ਨੂੰ ਸਮਝਦਾ ਹੋਵੇ, ਇਹ ਤਾਂ ਨਹੀਂ ਵੀ ਉਹ ਵਿਚਾਰੇ ਖੁਦ ਮੰਨ ਜਾਂਦੇ, ਕੋਈ ਦੇਖਦੀ ਹੈ ਹੋਣਾ ਹੀ ਹੈ। ਨਰ ਕੇ ਸਾਲ ਆਇਆ ਸੀ ਤੁਸੀਂ, ਮਾਦੀ ਜਾਲਦਾਰ ਸੀ ਜ਼ਹਿਰਦਾਰ ਤੇ ਨਰ ਜਿਹੜਾ ਸੀ ਉਹ ਨਾਲ ਲੱਖ। ਲਾਖਾ ਸੀ। ਉਹਦੀ ਪੌਂਦ ਵਧੀ ਤੇ ਫਿਰ ਅੱਗੋਂ ਸਾਰੇ ਤੁਸੀਂ ਬਰੀਡ ਬਣਾਈ। ਹਾਂਜੀ। ਹਾਂ, ਤੇ ਤੁਸੀਂ ਇੱਕ ਦੱਸ ਦੱਸੋ ਕਿ ਬਾਜ਼ੋ ਕਾ ਤੇ ਕਬੂਤਰ ਆਪਣੀ ਬੈਕ ਮਾਰਦੇ ਨੇ, ਜਾਲਦਾਰ ਜਿਹੜੇ ਤਾਂ ਜਿੰਜ ਦੀ ਮਾਰਦੀ ਸੀ। ਜਿਹੜੇ ਝਪੜੇ ਜ਼ਿਆਦਾ ਨਿਕਲਦੇ ਨੇ, ਉਹਨਾਂ ਦਾ ਪਰਿਵਾਰ ਬਹੁਤ ਜ਼ਿਆਦਾ, ਲੱਖੇ ਨਾਲੋਂ ਵੀ ਜ਼ਿਆਦਾ ਪਰਿਵਾਰ। ਠੀਕ। ਮਤਲਬ ਜਿਹੜੇ ਉਹ ਆਪਣੀ ਬੈਕ ਮਾਰਦੇ। ਬਹੁਤ ਤਗੜੀ ਪਰਿਵਾਰ ਦੇ ਮਾਲਕ ਨੇ ਉਹ। ਠੀਕ। ਹਾਂਜੀ ਉਹ ਤੁਸੀਂ ਰੱਖ ਲੈਂਦੇ ਹੋ, ਫਿਰ ਅੱਗੋਂ ਦੂਸਰੇ ਉਡਾਣ ਦੇ ਕਰਦੇ। ਹਾਂਜੀ, ਰੱਖ ਲੈਂਦੇ। ਉਸਤਾਦ ਜੀ, ਬਾਜਰੇ ਦਾ ਇੱਕ ਲਫ਼ਜ਼ ਇੱਕ ਦੋਸਤ ਨੇ ਮੈਨੂੰ ਬੜਾ ਕਿਹਾ ਸੀ ਕਿ ਤੁਸੀਂ ਕਿਸੇ ਅੱਛੇ ਕਾਬਲ ਉਸਤਾਦ ਕੋਲ ਜਾਓਗੇ ਨਾ, ਇਹ ਜ਼ਰੂਰ ਪੁੱਛਣਾ ਹੈ ਕਿ ਬਾਜਰੇ ਦਾ ਕਬੂਤਰ ਜਿਹੜਾ ਦੋਸਤ ਉਡਾਉਂਦੇ ਨੇ, ਕਿਆ ਉਹ ਵਾਕਈ ਕਾਰੀਗਰੀ? ਕੁਝ ਕਹਿੰਦੇ ਨੇ ਕਿ
ਇੱਕ ਰਾਏ ਦੇ ਦਾਂਗੇ ਬਾਜਰਾ ਕਬੂਤਰ ਵੇਖਦਾ ਵੇ। ਦੇਖੋ ਬਾਜਰਾ ਜਿਹੜਾ ਨਾ ਕੁਛ ਉਸਤਾਦਾਂ ਦੀ ਰਾਏ ਕਿ ਬਾਜਰੇ ਦਾ ਜਿਹੜਾ ਕਬੂਤਰ ਬਣਿਆ ਹੁੰਦਾ ਨਾ ਉਹੀ ਕਾਮਯਾਬ ਕਬੂਤਰ ਹੁੰਦਾ ਜਿਹਦੇ ਕਿਸੇ ਨੂੰ ਉਡਾਣਾ ਹੁੰਦਾ ਹੋਵੇ। ਨਹੀਂ ਆਵੇ ਗੱਲ ਨਾ। ਤੁਹਾਡੀ ਕੀ ਰਾਏ ਵੇ ਇਸ ਮੁਤਲਕ? ਮੇਰੀ ਰਾਏ ਹੈ ਕਿ ਬਾਜਰਾ ਇਹਨਾਂ ਦੀ ਖੁਰਾਕ ਹੈ। ਠੀਕ ਘੋੜੇ ਵੀ ਥੋੜੇ ਜਿਹੇ ਇਹਨਾਂ ਦੀ ਖੁਰਾਕ ਹੈ। ਠੀਕ ਠੀਕ ਹੈ ਨਾ। ਤੇ ਥੋੜੇ ਜਿਹਾ ਮੋਠੇ ਕੁ ਮਕਈ ਵੀ ਇਹਨਾਂ ਦੀ ਖੁਰਾਕ ਹੈ। ਬਿਲਕੁਲ। ਮਕਈ ਜਿਹੜੀ ਹੈ ਇਹ ਵਿਟਾਮਿਨ ਪੂਰੇ ਕਰਦੀ ਹੈ ਜਿਸਮ ਦੇ, ਪਿਆਸ ਨਹੀਂ ਲੱਗਣ ਦਿੰਦੀ। ਜਿਹੜਾ ਤੁਹਾਨੂੰ ਅੱਜ ਮੈਂ ਖੋਲ ਕੇ ਵੱਡੀ ਗੱਲ ਦੱਸ। ਠੀਕ। ਮਕਈ ਨਾ ਕਬੂਤਰ ਨੂੰ ਠੰਡਿਆ ਕਰਨ ਦੀ ਲੋੜ ਹੀ ਕੋਈ ਨਾ, ਉਹ ਪਾਣੀ ਮੰਗਦਾ ਨਾ ਗੱਲ ਲੰਬਾ। ਸਹੀ। ਕਬੂਤਰ ਉੱਡਦਾ ਹੀ ਬਹੁਤ ਜ਼ਿਆਦਾ। ਮਤਲਬ ਕੁਦਰਤ ਨੇ ਐਸੀ ਕੁਆਲਿਟੀ ਰੱਖੀ ਕਿ ਉਹਦੇ ਵਿੱਚ ਅੱਲਾਹ ਪਾਕ ਨੇ ਆਗਾ ਗਲੂਕੋਜ਼ ਪਾਇਆ ਹੈ ਮੱਕੀ ਦੇ ਵਿੱਚ, ਯਾਨੀ ਪਿਆਸ ਨਹੀਂ ਲੱਗਣ ਦਿੰਦਾ। ਮਤਲਬ ਜਿਹੜਾ ਬੰਦਾ ਮਕਈ ਦਿੰਦਾ ਹੈ ਜਾਂ ਦਾਣੇ 'ਚ ਪਾਉਂਦਾ ਉਹਨੂੰ ਕੋਈ ਲੋੜ ਨਹੀਂ ਕਿਸੇ ਜ਼ਮਾਨੇ ਦੀ ਕੁਛ ਹੈ। ਨਾ ਨਹੀਂ ਕਿਹਾ ਅਗਰ ਥੋੜਾ ਬਹੁਤ ਕੋਈ ਚੀਜ਼ ਦੇਣੀ ਵੀ ਪੈ ਜੇ ਤਾਂ ਦੇ ਦੇ ਬੰਦਾ ਕੋਈ। ਇੱਕ ਦੋਸਤ ਬਾਰ-ਬਾਰ ਸਵਾਲ ਪੁੱਛਦੇ ਨੇ ਵੀ ਚਲੋ ਇਹਨਾਂ ਨੂੰ ਇੱਕ ਦੱਸ ਹੀ ਦਿਓ। ਇਹ ਪਹਿਲੀ ਕਾਲਜ ਵੀ ਆਏ ਸਨ, ਕਹਿੰਦੇ ਹਾਂ ਜੀ ਇਹ ਚਨੇ ਤੇ ਮਕਈ ਦਾ ਕੀ ਰਾਜ ਹੈ, ਤੁਸੀਂ ਕਬੂਤਰ ਉਡਾ ਕੇ ਦਵਾਉਂਦੇ ਹੋ। ਇੱਥੇ ਆ ਜਾਣ ਫਿਰ ਉਹਨੂੰ ਮੈਂ ਦੱਸ ਦਿਆਂਗਾ। ਹੁਣ ਐਵੇਂ ਰਾਵਾਂ 'ਚ ਤੇ ਫਨ ਨਹੀਂ ਤੁਰਿਆ ਫਿਰਦਾ ਨਾ। ਨਹੀਂ ਇਹ ਸਾਜ ਹੁਣ ਇਹ ਤੁਹਾਡੀ ਕਹਿ ਸਕਦੇ ਟ੍ਰੇਨਿੰਗ ਹੈ। ਨਾ ਬੇਟਾ ਨਾ ਮੈਂ ਉਹਦੀ ਟ੍ਰੇਨਿੰਗ ਕਰਦਾ ਨਹੀਂ। ਇਹ ਬੜੀ ਔਖੀ ਮੰਜ਼ਿਲ ਮੈਂ ਪਾਈ ਹੈ। ਇਹ ਹੁਣ ਸਾਰੇ ਰਾਤ ਮੈਂ ਨਹੀਂ ਖੋਲਦਾ। ਮੈਂ 2 ਦਿਨ ਪਹਿਲਾਂ ਤੁਹਾਡੇ ਨਾਲ ਬਹੁਤ ਖੋਲ ਦਿੱਤੀਆਂ। ਠੀਕ। ਇਹ ਮੈਨੂੰ ਪਤਾ ਵੀ ਇਹ ਕੀ ਰਾਜ ਹੈ। ਇਹ ਮੱਕੀ ਵਾਲਾ ਅੱਜ ਤੱਕ ਰਾਜ ਕਿਸੇ ਮੈਂ ਕਿਸੇ ਨੂੰ ਦੱਸਿਆ ਨਹੀਂ। ਠੀਕ। ਇਹ ਤੁਹਾਨੂੰ ਪਹਿਲੇ ਸ਼ਖਸ ਤੁਸੀਂ ਜੇ ਤੇ ਆਖਰੀ ਸ਼ਖਸ ਵੀ ਤੁਸੀਂ ਜੇ। ਮੈਂ ਇਹ ਸਵਾਲ ਕਿਸੇ ਨਾਲ ਕਰਦਾ ਨਹੀਂ। ਇਸ ਨਵੀਅਤ ਦੇ ਉੱਤੇ ਇਹਨਾਂ ਖੁਰਾਕ ਦੇ ਮੁਤਲਕ ਕੋਈ ਬੰਦਾ ਮੇਰੇ ਨਾਲ ਸਵਾਲ ਇਹਨੇ ਕਰੇ ਮੈਂ ਨਹੀਂ ਮੈਂ ਕਰਦਾ। ਛੋਟਾ ਭਾਈ ਹਾਂ ਇਹਨਾਂ ਦਾ। ਹਾਂਜੀ। ਅੱਜ ਤੋਂ ਲੱਗ ਕੇ ਮਤਲਬ ਜਿਉਂ ਹੋ ਸੰਭਲੀ ਆ ਬਿਲਕੁਲ ਇਹਨਾਂ ਨੇ ਇਸ ਮੌਜੂ ਤੇ ਨਹੀਂ ਆਉਣ ਤੁਸੀਂ ਨਾ ਆਸਾ ਹੀ ਆਉਣ ਦਿੱਤਾ। ਠੀਕ। ਰਾਤ ਸਾਡੇ ਦਿਲ 'ਚ ਹੁੰਦੇ ਨਹੀਂ ਕਰ, ਬਿਲਕੁਲ। ਲੇਕਿਨ ਭਾਈ ਵੱਡੇ ਨੇ ਗੱਲ ਕਰਨੀ ਵੀ ਜੋ ਕਰਨੀ। ਠੀਕ। ਤੇ ਉਸਤਾਦ ਜੀ ਬਹੁਤ ਤੁਹਾਡਾ ਮੈਂ ਨਾ ਕਹਿੰਦਾ ਖਸੂਸੀ ਸ਼ੁਕਰਗੁਜ਼ਾਰ ਹਾਂ ਮੈਂ। ਮਿਹਰਬਾਨੀ। ਤੁਹਾਡੇ ਨਾਲ ਮੇਰਾ ਪਿਆਰ ਇਹ ਅੱਜ ਦਾ ਨਹੀਂ ਕੋਈ ਬੜੇ ਅਰਸੇ ਦਾ ਹੈ ਤੇ ਮੈਂ ਦਿਲੋਂ ਇਹ ਕਰਕੇ ਆਇਆ ਸਾਂ ਕਿ ਮੈਂ ਅਗਰ ਜਾਣਾ ਨਾ ਉੱਥੇ ਨਨਕਾਣਾ ਸਾਹਿਬ। ਦੇਖੋ ਜੀ ਤੁਸੀਂ ਬਜ਼ੁਰਗੀ ਦੀ ਹਾਲਤ ਵਿੱਚ ਹੋ। ਵੱਡੀਆਂ 2-3 ਗੱਲਾਂ ਦੇ ਨਾਲ ਖੋਲੀਆਂ ਇਹ ਐਸੇ ਉਗਦੇ ਨੇ ਹਾਂਜੀ। ਜਿਹੜੇ ਕਿਸੇ ਕੋ ਖੋਲ ਨਹੀਂ ਸਕਦੇ। ਬਿਲਕੁਲ। ਮੈਂ ਤੁਹਾਨੂੰ ਬੇੜਾ ਜੀ ਦੇ ਖੋਲ ਦਿੱਤੇ ਕਿਉਂਕਿ ਇਹ ਉਸਤਾਦ ਜੀ ਫਨ ਇੱਕ ਐਸੀ ਗੱਲ ਹੈ ਇਹ ਸਾਡੀ ਮਿਰਾਸ ਹੈ, ਸਮਝੋ ਕਿ ਸਾਰਾ ਕੁਝ ਇਹੀ ਕੌਣ ਹੈ। ਦੱਸਦਾ ਜੇ ਕੋਈ ਨਹੀਂ ਦੱਸਦਾ ਬਿਲਕੁਲ। ਕਿਸੇ ਨੂੰ। ਤੇ ਨਾ ਹੀ ਦੱਸਣ ਦੇ ਕਾਬਲ ਹੁੰਦੇ ਨੇ ਸਭ। ਜਾਂਦੇ ਨੇ ਰਾਹ ਮੈਲੇ ਹੋ ਜਾਂਦੇ ਨੇ, ਕੋਈ ਬੰਦਾ ਨਾ ਹੀ ਨਹੀਂ ਲੈਂਦਾ। ਹਾਂਜੀ। ਇਹ ਵੀ ਉਸਤਾਦ ਜੀ ਚਲੋ ਇੱਕ ਤੁਸੀਂ ਦੱਸੋ ਨਾ ਕਿ ਕਿਆ ਵਾਕਈ ਜਿਹੜੇ ਅੱਜ ਕੱਲ੍ਹ ਦੇ ਸ਼ਾਗਿਰਦ ਨੇ ਨਾ ਮੁਰਾਦ ਜਿਹਨੂੰ ਕਹਿੰਦੇ ਨੇ ਉਸਤਾਦ ਕਿਉਂ ਐਡੇ ਸਖਤ ਹੋ ਜਾਂਦੇ ਨੇ ਆਪਣਾ ਫਨ ਜਾਂ ਟ੍ਰਾਂਸਫਰ ਕਰਕੇ। ਜੇ ਵੇਖੋ ਨਾ ਸਾਲ ਕਰਦੇ ਹੀ ਟੱਕਾ ਨੇ, ਸਾਲ ਨਹੀਂ ਕੱਢਦੇ ਉਸਤਾਦਾਂ ਨਾਲ ਬਾਜੀ ਲਾਉਣ ਤੁਰ ਪੈਂਦੇ ਨੇ। ਕਾਬਲ ਨਹੀਂ ਹੁੰਦੇ। ਹਿਕਮਤ ਉਸਤਾਦ ਜੀ ਮੈਨੂੰ ਇਹ ਗੱਲ ਯਾਦ ਆ ਗਈ ਹੈ, ਭੁੱਲ ਗਈ ਹੈ। ਮੈਨੂੰ ਸਵਾਲ ਤੁਹਾਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ ਅਕਸਰ ਮੈਂ ਆਪਣੇ ਪੋਸਟ 'ਚ ਕਰਦਾ। ਹਿਕਮਤ ਵੇਖੋ ਨਾ ਹੁਣ ਕਿਉਂ ਅੱਜ ਦੇ ਦੌਰ ਦੇ ਵਿੱਚ ਅਗਰ ਕਦੀਮ ਹਿਕਮਤ ਦੇਖੀ ਨਾ ਉਸਤਾਦਾਂ ਨੇ ਆਪਣੇ ਨਾ ਨੁਕਸੇ ਦੱਸੇ ਨਹੀਂ ਕਿਸੇ ਨੂੰ, ਉਹ ਕਬਰਾਂ 'ਚ ਲੈ ਕੇ ਚਲੇ ਗਏ ਨੇ। ਦੋਸਤ ਕਹਿੰਦੇ ਨੇ ਕਿ ਹਿਕਮਤ ਇਸ ਤੋਂ ਡਾਕਟਰ MBBS ਕੋਈ ਨੁਸਖਾ ਉਹਨੇ ਫਟਾਫਟ ਐਂ ਕਾਗਜ਼ ਫੜ ਕੇ ਲੈ ਕੇ ਤੁਹਾਡੇ ਹੱਥ ਫੜਾ ਦੇਣਾ ਵੀ ਆਹ ਟੀਕਾ ਲਾਓ, ਐ ਕਰੋ, ਐ ਕਰੋ। ਜਦੋਂ ਹਕੀਮ ਕੋਈ ਗੱਲ ਤੁਹਾਨੂੰ ਦੱਸੇਗਾ ਨਾ ਹਾਂਜੀ ਉਹ ਬੰਦਾ ਬਹੁਤ ਛੇਤੀ ਮੁਖਾਲਫ ਹੋਏਗਾ ਆਪਣੇ ਉਸਤਾਦਾਂ ਨਾਲ। ਡਾਕਟਰ ਦਾ ਕਿਸੇ ਕੀ ਕਰ ਦੇਣਾ ਨਹੀਂ। ਬਿਲਕੁਲ। ਉਹਨੇ ਲਿਖਤਾ ਵੀ ਇਹਨੂੰ 3 ਗੋਲੀਆਂ ਏਵਲ ਦੇ ਖੁਰਕ ਨਹੀਂ ਹੁੰਦੀ ਠੀਕ। ਤੇ ਜੇ ਹਕੀਮ ਏਵਲ ਦੀ ਦਵਾਈ ਬਣਾ ਕੇ ਦੇ ਉੱਤੇ ਟਾਈਮ ਲੱਗਣਾ। ਬਿਲਕੁਲ। ਇਹਦੇ ਤੇ ਪੈਸੇ ਵੀ ਨਹੀਂ ਲੱਗੇ, ਏਵਲ ਨੇ ਕੰਟਰੋਲ ਕਰ ਦੇਣਾ। ਖੁਰਕ ਨਹੀਂ ਹੋਣੀ ਕਿਉਂ ਜਿੰਨਾ ਧੱਫੜ ਪੈਣਾ। ਮਸਲ ਇਹ ਅਸੀਂ ਆਪਣੀ ਜਿਹੜਾ ਗੱਲਾਂ ਦੁੱਬੇ ਲਵਾਵੇ ਕਿ ਉਹ ਜਿਹੜੀ ਹਿਕਮਤ ਹੈ ਉਹਦੇ 'ਚ ਉਸਤਾਦ ਉਹਨਾਂ ਨੂੰ ਕਿ ਨਾ ਅੱਛੇ ਜਾਂ ਕਾਬਲ ਸ਼ਾਗਿਰਦ ਨਹੀਂ ਮਿਲੇ ਜਾਂ ਅੱਛੇ ਇਨਸਾਨ ਨਾਲ ਨਹੀਂ ਵਾਹ ਪਿਆ। ਗੱਲ ਦੱਸਣਾ, ਫਰੂਕਾਬਾਦ ਮੇਰਾ ਸ਼ਾਗਿਰਦ ਸੀ, ਫੌਤ ਹੋ ਗਿਆ। ਇੱਕ ਬੰਦੇ ਕੋਲ ਨੁਸਖਾ ਸੀ ਸ਼ੂਗਰ ਦਾ। ਠੀਕ। ਉਹਨੇ ਕਿਹਾ ਵੀ ਮੈਂ 15,000 ਰੁਪਇਆ ਲਾਂਗਾ, ਮੈਂ ਨੁਸਖਾ ਦੱਸ ਦੇਣਾ। ਮੈਂ ਕਿਹਾ ਆ ਜਾ ਯਾਰ ਅੱਛਾ। ਦੱਸ ਦੇ। ਉਹ ਇੱਥੇ ਆਣ ਕੇ ਬੰਦਾ ਬਹਿ ਗਿਆ, ਦੂਸਰਾ ਉਹਦੇ ਨਾਲ ਦਾ ਇੱਥੇ ਬਹਿ ਗਿਆ। ਉੱਤੋਂ ਮੇਰਾ ਸ਼ਾਗਿਰਦ ਫਰੂਕਾਬਾਦ ਨੂੰ ਆ ਗਿਆ, ਥਣਦਾਰ ਸੀ ਉਹ। ਠੀਕ। ਉਹ ਆਂਦਾ ਸੁਣਾਓ ਮੁਰਸ਼ਦ ਕੀ ਹਾਲ ਹੈ? ਮੈਂ ਕਿਹਾ ਅੱਲਾ ਜੀ ਰਹਿਮਤ। ਮੈਂ ਕਿਹਾ ਯਾਰ ਬੰਦਾ ਸੱਦਿਆ, ਇਹਦੇ ਕੋਲ ਸ਼ੂਗਰ ਦਾ ਨੁਸਖਾ ਹੈ ਤੇ 15,000 ਰੁਪਇਆ ਮੰਗਦਾ। ਉਹਨੇ ਕਿਹਾ ਦੱਸੋ ਮੇਰੇ ਉਸਤਾਦਾਂ ਨੂੰ 15,000 ਮੇਰੇ ਕੋਲ ਲੈਣਾ। ਉਹਨੇ ਇੱਕ ਲਫ਼ਜ਼ ਬੋਲਿਆ, ਰਸ ਕਪੂਰ। ਮੈਂ ਕਿਹਾ ਅੱਗੇ ਨਾ ਬੋਲੇ। ਸਾਡਾ ਬੱਚਾ ਮਗਰੋਂ ਜੰਮਦਾ ਪਹਿਲੋਂ ਰਸ ਕਪੂਰ ਨੂੰ ਮਾਰਨਾ ਜਾਣਦਾ। ਸਹੀ।
ਤੂੰ ਮੈਂ ਕੀ 15,000 ਦਾ, ਪਰ ਤੈਨੂੰ ਮੈਂ ਸੱਦਿਆ ਤੇ ਨਾ ਡਿਮਾਂਡ ਕੀਤੀ ਹੈ 15,000 ਰੁਪਇਆ ਲੈ ਲਾ। ਅੱਗੇ ਨਾ ਗੱਲ ਕਰੀ, ਮੈਂ ਆਪੇ ਇਹਨੂੰ ਬਣਾ ਲਈ ਸਾਂ। ਬਿਲਕੁਲ। ਮੇਰੇ ਕੋਲ 1000 ਨੁਸਖਾ ਇਹਨੂੰ ਬਣਾਉਣ ਦਾ। ਔਰ ਉਹ ਚੀਜ਼ ਕੀ ਸੀ, ਜਿਵੇਂ ਉਹ ਛੋਟਾ ਜਿਹਾ ਕਰੋੜੀਆ ਸੱਪ ਹੁੰਦਾ ਜਿਹਨੂੰ ਡਰਦੇ ਵਾਲਾ ਪਿਛਾੜ ਕੇ ਦੇਖੀ ਮੇਰੇ ਉੱਤੇ ਨਾ ਡੇਗੇ, ਉਹ ਚੀਜ਼ ਨੂੰ ਪੁੱਛਤਾ ਕਰਨਾ ਸੀ। ਮੈਂ ਆਪੇ ਬਣਾ ਦੇਦਾ। 15,000 ਫੜ, ਤੂੰ ਪਰੇਸ਼ਾਨ ਨਾ ਹੋ ਕੇ ਸ਼ਾਇਦ ਮੇਰਾ ਹੱਕ ਖਾ ਲੈਣਗੇ, ਨਹੀਂ ਦੇਣਗੇ। ਦੇਖੋ ਬੇਟਾ, ਫਨ ਆ, ਐਵੇਂ ਰਾਵਾਂ 'ਚ ਤੁਰਿਆ ਨਹੀਂ ਫਿਰਦਾ ਕਿ ਹਰ ਬੰਦੇ ਨੂੰ ਦੱਸ ਦਿਓ। ਅੱਗੇ ਆਓ ਮੈਂ ਹੋਵੇ ਤੇ ਮੇਰੇ ਬੰਦਾ ਆਵੇ, ਮੈਂ ਆਪਣੇ ਬੇਟੇ ਨੂੰ ਦੱਸ ਦੇਣਾ ਖਾਦੀ ਖਾਦੀ ਜ਼ੋਰ ਜ਼ਮਾਨੇ ਦੀ, ਤੈਨੂੰ ਨਾ ਕੋਈ ਬੱਚਾ ਨਹੀਂ ਤੇ ਨਾ ਕੋਈ ਨੁਸਖਾ ਦੱਸੇ। ਇਹਨੂੰ ਵਿਹਲੇ ਹੱਥ ਲਮਕਾ ਕੇ ਆ ਗਿਆ, ਇਹਨੂੰ ਇਹ ਨਹੀਂ ਪਤਾ ਵੀਰ ਦੇ ਬੂਹੇ ਦੇ ਕਿਵੇਂ ਚੱਲੇ। ਕਿਸੇ ਦਾਦਾ ਸਾਹਿਬ ਜਾਓ, ਤੁਸੀਂ ਖਾਲੀ ਹੱਥ ਜਾਓ, ਖਾਲੀ ਹੱਥ ਘਰ ਨੂੰ ਆਏ ਨਾ, ਤੁਹਾਨੂੰ ਦਾਦਾ ਦੇਣਾ ਕੀ ਹੈ? ਤੇ ਜੇ ਉੱਥੇ ਮਠਿਆਈਆਂ ਵੰਡੋ, ਉਹ ਖਲੋਗੇ ਦੇਗਾ ਲੈ ਕੇ ਵੰਡੋ, ਤੇ ਜਿਹੜੀ ਗੱਲ ਜ਼ਿਹਨ 'ਚ ਲੈ ਕੇ ਗਏ ਅੱਲਾ ਤੁਹਾਡੀ ਪੂਰੀ ਕਰ ਦੇਣੀ, ਕਿਉਂ ਨਹੀਂ? ਬਹੁਤ ਸ਼ੁਕਰੀਆ ਉਸਤਾਦ ਜੀ ਤੁਹਾਡਾ। ਇੱਕ ਆਖਰ ਦੇ ਉੱਤੇ ਕੋਈ ਦਨਾਈ, ਕੋਈ ਹਕਮਤ, ਕੋਈ ਐਸੀ ਕੋਈ ਮਿਸਾਲ ਜਾਂ ਕੋਈ ਗੱਲ ਜਿਹੜੀ ਕੋਈ ਦੋਸਤ ਬੜੀ ਕੋਈ ਮਾਲੂਮਾਤੀ ਹੋਏ, ਦਿਲਚਸਪ ਗੱਲ ਕੋਈ ਤੁਹਾਡੇ? ਬਸ ਇਹ ਦੁਆ ਕਰੋ ਇਹ ਬੰਦੇ ਮੇਰੇ ਕੋਲ ਹੋਣ, ਮੈਂ ਉਹਨਾਂ ਨੂੰ ਦੱਸਾਂ ਕੋਈ ਵਾਕਿਆ ਨਹੀਂ ਕਬੂਤਰਬਾਜ਼ ਤੋਂ ਹਟ ਕੇ ਹਾਂ ਹਕਮਤ ਦੇ ਹਵਾਲੇ ਨਾਲ? ਹਾਂ ਠੀਕ। ਕਿਉਂ ਜੀ, ਤੁਹਾਡਾ ਜਿਹੜਾ ਸ਼ੁਭ ਹੈ ਉਹ ਤਾਂ ਬੜੀਆਂ ਬਥੇਰੀਆਂ ਗੱਲਾਂ ਕਰ ਲਈਆਂ ਨੇ। ਬਸ ਬੇਟਾ, ਅੱਲਾ ਪਾਕ ਨੇ ਜਿਹੜਾ ਮੈਨੂੰ ਇਨਾਮ ਦਿੱਤਾ ਹੈ ਨਾ, ਉਹ ਮੇਰੇ ਲਈ ਹੈ, ਹਰ ਬੰਦੇ ਨੂੰ ਕਿਸੇ ਨੂੰ ਕੋਈ ਨਹੀਂ। ਬਹੁਤ ਮੇਰੀ ਇੰਨੇ ਨੇ ਦੁਨੀਆ ਜਿਨ੍ਹਾਂ ਨੂੰ 20-20 ਸਾਲ ਇਲਾਜ ਨਹੀਂ ਹੋਈ, ਉਹ ਬੰਦੇ ਮੇਰੇ ਮਰੀਜ਼ ਨੇ, ਉਹਨਾਂ ਦੇ ਘਰ ਪੁੱਤਰ ਜੰਮੇ ਨੇ। ਚਲੋ ਅਸੀਂ ਇਹ ਉਸਤਾਦ ਜੀ ਦਾ ਇਹ ਪੈਗਾਮ ਟ੍ਰਾਂਸਫਰ ਕਰ ਦਿੰਦੇ ਹਾਂ ਕਿ ਅਗਰ ਕੋਈ ਦੋਸਤ ਹੈ ਵੇ, ਵੇਖੋ ਨਾ ਵੀ ਇੱਕ ਜ਼ਰੀਆ ਆ ਮੀਡੀਆ ਆ ਗਿਆ, ਬਿਸਮਿਲ੍ਲਾ ਅਗਰ ਔਲਾਦ ਨਹੀਂ ਹੁੰਦੀ, ਹੋਏਗੀ ਕਿਉਂ ਨਹੀਂ ਹੁੰਦੀ? ਕੋਈ ਕਿਸੇ ਕਿਸਮ ਦਾ ਮਸਲਾ ਹੈ, ਇਹਨਾਂ ਦੀਆਂ ਔਰਤਾਂ ਨੂੰ ਲੋਕ ਸਕਦੇ, ਉਹਨਾਂ ਤੇ ਫਿਰ ਨਹੀਂ ਨਾ ਹੋਣਾ ਬੰਦਾ। ਚਲੋ ਇਹ ਸਾਜਦਾ ਸੇ ਤੁਸੀਂ ਕਿਸ ਕੰਮ ਦੇ ਮਾਹਰ ਹੋ ਹਕਮਤ ਦੇ ਵਿੱਚ? ਮੇਰੇ ਕੋਲ 5-6 ਨੁਸਖੇ ਨੇ। ਇੱਕ ਦਮੇ ਦਾ ਨੁਸਖਾ ਹੈ, ਸ਼ਰਤੀਆ ਦਵਾਈ ਮੈਂ ਦੇਣਾ। ਇੱਕ ਬੰਦਾ ਔਰਤ ਦੇ ਕਾਬਲ ਹੀ ਨਹੀਂ, ਬਿਲਕੁਲ ਖਤਮ ਹੈ, ਉਹਦੀ ਤਸਵੀਰ ਵੇਖ ਕੇ ਉਹ ਥੱਲੇ ਕੱਪੜੇ ਭੇਜ ਦਿੰਦਾ, ਉਹਦਾ ਵੀ ਮੈਂ ਇਲਾਜ ਕਰਨਾ। ਜਿਨ੍ਹਾਂ ਦੇ ਜਰਾਸੀਮ ਕੋ ਨਹੀਂ ਉਹਨਾਂ ਦਾ ਵੀ ਇਲਾਜ ਕਰਨਾ। ਪੈਂਡੇਸਾਈਟਿਸ ਹੈ, ਉਹਦੀ ਮੈਂ ਪੁੜੀ ਦੇਣਾ, ਦਿੰਦੇ ਸਾਰੀ ਦਰਦ ਉਸਰੇ ਰੁਕ ਜਾਣੀ, ਖਤਮ ਹੋ ਜਾਂਦੀ। ਇਸ ਨਾਲ ਮੈਂ ਤੁਹਾਨੂੰ ਕਿੰਨੀਆਂ ਗਿਣ ਕੇ ਦੱਸਾਂ, ਮਾਲਕ ਦਾ ਮੇਰੇ ਤੇ ਬੜਾ ਆਸਾਨ ਹੈ। ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਥਰਪਾਰ ਕਰੇ ਸਿੰਧ ਵਿੱਚ 12 ਤਹਿਸੀਲਾਂ ਨੇ ਉਹਦੀਆਂ ਥਰ ਦੀਆਂ, ਮੈਂ 12 ਦੀਆਂ 12 ਫਿਰੀਆਂ ਨੇ। ਉੱਥੇ ਜਿਹੜਾ ਸੱਪ ਹੈ ਨਾ, ਉਹ ਸਾਹ ਪੀਂਦਾ ਹੈ, ਤੇ ਪਾਣੀ ਹੈਗਾ 550-600 ਫੁੱਟ ਡੂੰਘਾ। ਮਿੱਠੀ, ਇਸਲਾਮਪੁਰ, ਛਾਛਰੋ, ਉਮਰਕੋਟ ਨੇ, ਇਹ ਮੈਂ 12 ਦੀਆਂ 12 ਫਿਰੀਆਂ। ਮੈਂ ਜੰਗਲ ਦੀ ਹਰ ਬੂਟੀ ਨੂੰ ਉੱਤੇ ਜਾ ਕੇ ਵੇਖਿਆ। ਮਾਲਕ ਦਾ ਮੇਰੇ ਤੇ ਬੜੇ ਕਰਮ ਹੈ। ਬਸ ਖੁਦਾ ਹੀ ਹੈ। ਦਰਦ ਸ਼ਕੀਕਾ ਇੱਕ ਜਿਹੜਾ ਮਰਜ਼ ਹੈ, ਦਰਦ ਸ਼ਕੀਕਾ ਸਿਰ ਦੀ ਦਰਦ ਹੁੰਦੀ ਹੈ, ਹਾਂ, ਇਹਦੇ ਵਾਸਤੇ ਵੀ ਦਵਾਈ ਹੈ, ਉਹਦਾ ਖੂਨ ਛਡਾਈਦਾ। ਹੁਣ ਕੋ ਤੁਹਾਡੇ ਦੀ ਨਾੜ ਹੁੰਦੀ ਹੈ, ਮੌਜੂਦ ਹੈ ਵੀ ਦਵਾਈ ਉਹ? ਨਹੀਂ, ਖੂਨ ਛਡਾਈਦਾ ਨਾ ਪਹਿਲੇ, ਅੱਛਾ, ਮਤਲਬ ਬਲੱਡ ਆਰਾਮ ਦਾ ਆਏਗਾ। ਨਾੜ ਇੱਕ ਦਿਨ ਦਾ ਪਿੱਛੋਂ ਨਿਕਲ ਕੇ ਆਉਂਦੀ ਲੱਤ ਦੇ ਵਿੱਚ ਥੱਲੇ ਗਿੱਟੇ ਤੱਕ, ਠੀਕ। ਉਹਨੂੰ ਰੀਗੜਵਾ ਕਹਿੰਦੇ ਨੇ ਡਾਕਟਰ ਲੋਕ, ਕਹਿੰਦੇ ਤੇਰੇ ਮੋਹਰੇ ਖਤਮ ਹੋ ਗਏ। ਉਹ ਵੀ ਅਸੀਂ 2 ਕਤਰੇ ਖੂਨ ਦੇ ਕੱਢਣੇ, ਬੰਦਾ ਠੀਕ ਹੋ ਜਾਂਦਾ। ਇਹਦੀ ਦਰਦ ਸ਼ਕੀਕਾ ਦੀ ਗੱਲ ਕਰਦੇ ਖੂਨ ਹੀ ਅੱਛਾ, ਛਡਾਈਦਾ। ਨਾੜ ਦੀ ਚੋਂ? ਹਾਂਜੀ। ਉਹ ਮੇਰੇ ਬੜੇ ਕਰੀਬੀ ਬੰਦੇ ਨੇ ਤਾਂ ਉਹਨਾਂ ਨੂੰ ਦਰਦ ਸ਼ਕੀਕਾ ਹੈ। ਮੈਂ ਚਲੋ ਜੀ ਇਸ ਹਵਾਲੇ ਨਾਲ ਕਿਉਂ ਜੀ ਸਦਕਾ ਜਾਰੀ ਹੈ ਜਾਂ ਤਾਲੁਕ ਦੇ ਨਾਲ ਹੀ ਤਾਲੁਕ ਹੁੰਦਾ, ਉਹ ਬਹੁਤ ਜ਼ਿਆਦਾ ਦਵਾਈਆਂ ਲੈ ਚੁੱਕੇ ਨੇ ਮੁਖਤਲਿਫ ਹਕੀਮਾਂ ਡਾਕਟਰਾਂ ਕੋਲ। ਉਹ ਤੁਹਾਨੂੰ ਕਹਿੰਦਾ ਨੈਗਰੇਨ ਦੀ ਕਹਿੰਦੇ ਨੇ ਦਰਦ ਹੈ, ਲੇਕਿਨ ਉਹ ਮੈਡੀਸਨ ਦੇ ਹਵਾਲੇ ਨਾਲ ਕਵਰ ਨਹੀਂ ਹੋਈ। ਤੇ ਤੁਹਾਡੇ ਹਵਾਲੇ ਨਾਲ ਜੋ ਤੁਹਾਡੀ ਵਜ੍ਹਾ ਸ਼ੋਹਰਤ ਹੈ, ਮੈਂ ਇਹ ਕਹਿ ਕੇ ਇਹ ਸਾਡੇ ਸ਼ੌਕ ਦੇ ਸ਼ੋਬੇ ਤੋਂ ਇਲਾਵਾ ਵੀ ਤੁਹਾਨੂੰ ਮਾਲਕ ਨੇ ਬੜੀ ਅਤਾ ਦਿੱਤੀ ਹੈ। ਗੋਲੀ ਹੁੰਦੀ ਸੀ ਇੰਗਲਿਸ਼ ਡਾਇਆਮੌਕਸ, DIAMOS, ਡਾਇਆਮੌਕਸ। ਮੌਕਸ ਹੁਣ ਮਿਲਦੀ ਨਹੀਂ। ਅੱਛਾ, ਅੱਧੀ ਗੋਲੀ ਦੇਣੀ ਹੈ ਤੇ ਤੁਸੀਂ ਦੇ ਕੇ ਪਛਾਣ ਹਟਣਾ ਤੇ ਦਰਦ ਸ਼ਕੀਕਾ ਦਾ ਨਾਮ ਹੈ। ਠੀਕ, ਮਸੋਂ ਗੋਲੀ ਬਲਾਕ ਹੋ ਕੇ ਬੰਦ ਹੋ ਗਈ। ਖਤਮ। ਇਹਨਾਂ ਬਹੁਤ ਕੁਝ ਖਤਮ ਕਰਤਾ ਹੈ। ਇੱਕ ਸੀਫਾ ਬਾਲ ਇੱਕ ਟੀਕਾ ਸੀ, ਫਾਲੇ ਪੈ ਗਿਆ ਬੰਦੇ ਦਾ, ਚੂੜੇ ਤੇ ਲਾ ਕੇ ਨਾਰ ਬਾਹਰ ਕੱਢੋ, ਬੰਦਾ ਉਸੇ ਗਲਾ ਦਾ ਪੈਂਦਾ ਕਰ ਲੋ। ਠੀਕ, ਮਸਲੋਂ ਕੋ ਸਟੀਰਾਇਡ ਹੋਣੀ ਹੈ, ਕੋਈ ਹੈਵੀ ਦਵਾਈ ਹੋਣੀ ਹੈ, ਇਸ ਤੋਂ ਬੰਦ ਹੋ ਗਈ ਹੈ। ਨਾ ਨਹੀਂ, ਮਾਸੇ ਬੜੇ ਟਬਲ ਲੋਕ। ਠੀਕ। ਇੱਕ ਨਵਲਜੀਅਨ ਟੀਕਾ ਹੁੰਦਾ ਸੀ, 5 ਸੀ ਨਾਰ ਤੇ ਲਾਉਣਾ ਹੁੰਦਾ ਵੀ ਮਸੇ ਲੱਤਾਂ ਹੀ ਲੜਿਆ ਤੇ ਉੱਠ ਕੇ ਬਹਿ ਜਾਣਾ। ਢੇੜ ਪੀੜ ਕਿੰਨੀ ਹੁੰਦੀ, ਜਿਹੜੀ ਲਾਦ ਨਹੀਂ ਖਤਮ ਹੋ ਜਾਣਾ।
ਮੈਂ ਇਹ ਵੀ ਅਰੂਜ ਵੇਖਿਆ ਡਾਕਟਰੀ ਲੈਣ ਲਈ, ਲੇਕਿਨ ਸਭ ਫਰਾਡ ਆ, ਕੋਈ ਸ਼ੈ ਕੰਮ ਦੀ ਨਹੀਂ। ਨਹੀਂ ਇਹ ਉਸਤਾਦ ਜੀ ਜਿਹੜੀ ਇਹ ਆਰਜ਼ੀ ਕਹਿ ਸਕਦੇ ਆ, ਵਕਤੀ ਤੌਰ ਤੇ ਨਹੀਂ ਮੈਡੀਸਨ ਵਕਤੀ ਕਿਉਂ, ਮੈਂ ਤੇ ਐਡੇ ਹਿਕਮਾਂ ਦੇ ਅਸੀਂ ਦੇਰ ਪਾ ਕਹਿ ਸਕਦੇ ਆ ਤੁਹਾਡੇ ਜਿਉਂ ਕਿਉਂ ਗੱਲਾਂ ਤੋਂ ਨਹੀਂ, ਦੱਸਦਾ ਕੋਈ ਵੀ ਨਾਮ ਆਇੰਦਾ ਉਸੇ ਵੇ। ਨਹੀਂ ਤੁਸੀਂ ਦੱਸਿਆ ਸੀ ਨਾ ਕਿ ਡਾਕਟਰੀ ਮੈਂ ਲਾਈਨ ਛੱਡੀ ਇਸ ਉਵੇਂ ਕਿਉਂਕਿ ਮੈਂ ਆਪ ਬਿਮਾਰ ਹੋ ਗਿਆ ਤੇ ਮੈਂ ਬੜੀਆਂ ਦਵਾਈਆਂ ਲਾਈਆਂ ਤੇ ਮੈਂ ਉਹ ਸਾਰਾ ਕੁਝ ਭੰਨ ਛੜਿਆ ਕਿ ਮੈਂ ਹੁਣ ਜਿਹੜਾ ਆਪਣਾ ਹਿਕਮਤ ਹੈ ਨਾ ਆਪਣਾ ਇਲਮ ਹੈ ਉਹ ਹੀ ਇਸਤੇਮਾਲ ਕਰਨਾ, ਸਹੀ ਕਿਉਂ ਜੀ ਉਹ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਵੀ ਦਿੱਤੀ ਹੈ ਤੇ ਦੇਖੋ ਸਾਡੇ ਸਾਹਮਣੇ ਤੁਸੀਂ ਬੈਠੇ ਹੋ। ਇਹ ਮਾਲਕ ਦਾ ਕਰਮ ਹੈ ਨਾ ਜਾਂ ਤੁਹਾਡਾ ਫਨ ਹੈ? ਜ਼ਾਤ ਪਾਕ ਦਾ ਸੋਹਣਾ ਕਿਉਂ ਜੀ? ਵਾਲੀ ਕਮਲੀ ਵਾਲਾ। ਮਸਲਾ ਇਸ ਚੀਜ਼ ਦਾ ਵੀ ਦੋ ਚੀਜ਼ਾਂ ਨੇ, ਇੱਕ ਤਬੀਬ ਤੇ ਹਕੀਮ। ਠੀਕ, ਲਫ਼ਜ਼ ਤਾਂ ਦੋਵੇਂ ਹੀ ਹਕਮਤ ਦੇ ਨੇ ਨਾ। ਹਾਂਜੀ ਤੇ ਇੱਕ ਬੋਲਿਆ ਜਾਂਦਾ ਤਬੀਬ, ਠੀਕ, ਜ਼ੁਬਾਨ ਦੀ ਬੋਲਣ ਵਾਸਤੇ ਇਹ ਤਰਬੀਅਤ, ਇਸੇ ਤਰ੍ਹਾਂ ਹਰ ਚੀਜ਼ ਦਾ ਆਪਣਾ ਵਕਤ ਹੁੰਦਾ, ਉਸ ਵਕਤ ਦੇ ਮੁਤਾਬਕ ਮਤਲਬ ਕਿ ਅੱਲਾ ਦੀ ਜ਼ਾਤ ਸ਼ਿਫਾ ਵੀ ਦੇ ਦਿੰਦੀ ਹੈ। ਹਰ ਚੀਜ਼ ਅੱਲਾ ਦਾ ਕਰਮ ਹੁੰਦਾ ਹੈ। ਭਾਈ ਮੇਰੇ ਨੇ ਬੜੀਆਂ ਮੁਸ਼ਕਲਾਂ ਕੱਢੀਆਂ ਨੇ। ਸੀ ਤਾਰਫ ਪਰ ਕਰਾਉਣਾ ਮੈਂ ਮਾਦਰਾ ਦੇ ਨਾਲ ਮੈਨੂੰ ਤੁਹਾਨੂੰ ਤਾਰਫ ਕਰਾਉਣਾ ਨਹੀਂ ਯਾਦ ਰਿਹਾ ਕਿਉਂਕਿ ਭੁੱਲ ਗਏ ਗੱਲਾਂ ਗੱਲਾਂ ਦੇ ਵਿੱਚ। ਕੀ ਨਾਮ ਹੈ? ਮੇਰਾ ਨਾਮ ਮੁਹੰਮਦ ਸਦੀਕ ਹੈ। ਡਾਕਟਰ ਮੁਹੰਮਦ ਸਦੀਕ, ਡਾਕਟਰ ਸਾਹਿਬ ਦੇ ਭਾਈ ਹੋ ਹਾਂਜੀ, ਸਗੇ? ਛੋਟੇ ਹਾਂਜੀ ਸਕੇ। ਕਿਉਂ ਜੇ ਵੇਖੋ ਜੀ ਮੈਨੂੰ ਯਾਦ ਨਹੀਂ ਦਿੰਦੇ ਪਹਿਲੋਂ ਤਾਰਫ ਇਹਨਾਂ ਦਾ ਬੰਦਾ ਕਿਉਂਕਿ ਕਿ ਬੜੀ ਦੇਰ ਤੋਂ ਇਹਨਾਂ ਨੂੰ ਮੈਂ ਕੋਲ ਸਾਡੇ ਬਹਿ ਕੇ ਗੱਲਾਂ ਸੁਣਦੇ ਨੇ ਪਏ। ਤੁਹਾਡਾ ਸ਼ੋਭਾ ਦੇ ਕੋਈ ਕੀ ਕੰਮ ਕਰਦੇ ਤੁਸੀਂ? ਮੈਂ ਰਾਜਗੀਰੀ ਦਾ ਕਰਦਾ ਹਾਂ, ਮਸਜਿਦਾਂ ਦਾ ਕਾਰੋਬਾਰ ਕਰਦਾ, ਠੀਕ, ਗੁੰਬਦ ਦਾ ਇਹ ਕੰਮ ਕਰਦੇ ਰਹੇ। ਪਹਿਲੇ ਭਾਈ ਦੇ ਨਾਲ ਵੀ ਮਤਲਬ ਕਿ ਅਸੀਂ ਹਕਮਤ ਦੇ ਵਿੱਚ ਵੀ ਨਾਲ ਜਾਂਦੇ ਰਹੇ, ਕਰਦੇ ਰਹੇ। ਫਿਰ ਉਸ ਤੋਂ ਬਾਅਦ ਵਿੱਚ ਮੈਂ ਕਾਰੀਗਰ ਮਸਜਿਦ ਦਾ ਮਾਸ਼ਾਅੱਲਾ ਅੱਲਾ ਦੀ ਜ਼ਾਤ ਦਾ ਬਹੁਤ ਆਲਾ ਕਰਦਾ। ਕਾਰੀਗਰ ਮਸਜਿਦ ਬਣਾਉਂਦਾ। ਜੋ ਜਿਹੋ ਜਿਹੀ ਮਸਜਿਦ ਗੁੰਬਦ ਜਿਹੜਾ ਹੈਗਾ ਬਗੈਰ ਪਲਕਾਰ ਤੋਂ ਮੈਂ ਇੱਟਾ ਜਿਹੜਾ ਹੈ ਨਾ 100 ਫੁੱਟ ਦਾ ਗੁੰਬਦ ਲਾ ਦੇਣਾ। ਠੀਕ, ਅੱਲਾ ਦਾ ਬੜਾ ਕਰਮ ਹੈ। ਜਾਂ ਮੇਰੀ ਲੱਤ ਟੁੱਟ ਗਈ ਬੱਚੇ ਸੀ ਇਹਨਾਂ ਦੇ ਬੜੇ ਬੜੇ ਵੱਡੇ ਠੇਕੇਦਾਰ ਨੇ। ਠੇਕੇ ਅੱਛਾ ਜੀ। ਉਹ ਲਾਹੌਰ ਹੁਣ ਬਜ਼ੁਰਗੀ ਤੁਸੀਂ ਆਰਾਮ ਕਰ ਰਹੇ ਹੋ ਹਰੀ ਵਕਤ। ਹਾਂਜੀ ਬਸ ਹੁਣ ਲੋ ਜੀ ਦੋਸਤੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮੇਰੇ ਖਿਆਲ ਨਾਲ ਬੜੀ ਡਾਕਟਰ ਸਾਹਿਬ ਹੱਥ ਹਿਲਾ ਕੇ ਨਾ ਕਿਉਂਕਿ ਬਜ਼ੁਰਗ ਨੇ ਹਾਂਜੀ ਜ਼ਿਕਰ ਦੇ ਬੜੀ ਹਾਲਤ ਨਾਲ ਖਰਾਬ ਸੀ, ਬੁਖਾਰ ਸੀ ਤੇ ਮੈਂ ਉਹਨਾਂ ਦਾ ਬੜਾ ਖਸੂਸੀ ਤੌਰ ਤੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੇਖੋ ਨਾ ਇਹ ਵੀ ਇੱਕ ਅੱਛੇ ਲੋਕਾਂ ਦੀ ਵਸਫ ਹੁੰਦਾ ਕਿ ਘਰ ਆਏ ਮਹਿਮਾਨ ਨੂੰ ਪੂਰਾ ਟਾਈਮ ਦਿੰਦੇ ਨੇ। ਹਾਂਜੀ ਉਹਨਾਂ ਬੜੀ ਜਨਾਬ ਚਾਹਤ ਕੀਤੀ, ਖਿਦਮਤ ਕੀਤੀ ਤੇ ਬੜੇ ਅੱਛੇ ਤਰੀਕੇ ਨਾਲ, ਹਾਲਾਂਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਹੈ ਬੁਖਾਰ ਸੀ ਤੇ ਫਿਰ ਵੀ ਉਹਨਾਂ ਬੜਾ ਟਾਈਮ ਦਿੱਤਾ। ਤੁਸੀਂ ਦੇਖਿਆ ਨਾ ਦੋਸਤਾਂ ਨੇ ਬੜੀਆਂ ਉਹਨਾਂ ਨੇ ਗੱਪਸ਼ਪ ਕੀਤੀ ਹੈ। ਦੇਖਣ ਵਾਲੇ तमाम ਦੋਸਤਾਂ ਦਾ ਜਨਾਬ ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਕਦੀ ਆਵਾਂਗੇ ਤੇ ਇਹਨਾਂ ਦੇ ਜਦੋਂ ਮੁਕਾਬਲੇ ਹੋਣਗੇ ਤਾਂ ਤੁਹਾਨੂੰ ਸ਼ੌਕ ਵੀ ਦਿਖਾਵਾਂਗੇ, ਨਾਲੇ ਇਹਨਾਂ ਦੀ ਛੱਤ ਦਾ ਵਿਜ਼ਿਟ ਕਰਾਵਾਂਗੇ। ਤਾਂ ਜਾਫਰ ਗਨੀ ਸਾਹਿਬ ਨੇ ਆਪਣੀ ਨਵੀਂ ਛੱਤ ਬਣਾਈ ਹੈ। ਦੇਖਣ ਵਾਲੇ तमाम ਦੋਸਤਾਂ ਦਾ ਬਹੁਤ ਸ਼ੁਕਰੀਆ ਜਨਾਬ। ਨਨਕਾਣਾ ਤੋਂ ਅਸੀਂ ਹਾਜ਼ਰ ਖਿਦਮਤ ਸਾਂ, ਉਸਤਾਦ ਡਾਕਟਰ ਅਬਦੁਲ ਗਨੀ ਆਫ ਨਨਕਾਣਾ। ਓਕੇ ਜਨਾਬ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।